ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਕਾਓ। ਖੇਤ ਜਿਉ ਮਾਂਡਿਓ ਸੂਰਮਾ, ਅਬ ਜੂਜਨ ਕਉ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੁਗੋ ਜੁਗ ਅਟਲ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਵਿੱਚ ਸੁਭਾਇਮਾਨ ਸਤ ਸੰਗੀ ਜਨੋ, ਬੜੇ ਹੀ ਧੰਤਾ ਦੇ ਯੋਗ ਆਪ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵੈਸ਼ਾਲੀ ਨਗਰ ਵਿਖੇ ਸਤਿਗੁਰੂ ਦੇ ਚਰਨਾਂ ਵਿੱਚ ਜੁਟ ਬੈਠੇ ਹੋ। ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਹੁੰਦੇ ਆਪ ਜੀ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁਟ ਕਰਕੇ ਗੁਰੂ ਘਰ ਦੇ ਰਾਗੀ ਸਿੰਘਾਂ ਦੇ ਪਾਸੋਂ ਬੜੇ ਪਿਆਰ ਪ੍ਰੇਮ ਅਦਬ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੀ 3 ਦਿਨਾਂ ਦੀ ਲੜੀਵਾਰ ਜਿਹੜੀ ਵਿਚਾਰ ਕਥਾ ਹੈ, ਆਪ ਜੀ ਨੇ 2 ਦੀਵਾਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਦੀ ਜੀਵਨ ਕਥਾ, ਉਹਨਾਂ ਦੀਆਂ ਸ਼ਹਾਦਤਾਂ ਨੂੰ ਸਰਵਣ ਕੀਤਾ। ਜਿੱਥੇ ਵਿਚਾਰ ਦੀ ਸਮਾਪਤੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਕੀਤੀ ਸੀ, ਉੱਥੋਂ ਆਪਾਂ ਅੱਗੇ ਲੜੀਵਾਰ ਜਿਹੜੀ ਕਥਾ ਹੈ ਆਰੰਭ ਕਰੀਏ। ਸੋ 10 ਕੁ ਮਿੰਟ ਵਾਸਤੇ ਇਹਨਾਂ ਸ਼ਹੀਦਾਂ ਦੀ ਜੋ ਵਿਚਾਰ ਦੇ ਵਿੱਚ ਉਹ ਸਾਨੂੰ ਭੂਮਿਕਾ ਗੁਰਬਾਣੀ ਸਿਖਾਉਂਦੀ ਹੈ, ਉੱਤੇ ਵਿਚਾਰਾਂ ਦੀ ਸਾਂਝ ਪਾਈਏ। ਆਪਣੀ ਸੁਰਤ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਕਰੋ ਇਕਾਗਰ ਚਿੱਤ। ਸੀਸ ਝੁਕਾਓ ਰਸਨਾ ਤੋਂ ਕਰੋ ਉਚਾਰਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ 35 ਮਹਾਂਪੁਰਖਾਂ ਦੀ ਪਾਵਨ ਬਾਣੀ ਨੂੰ ਵਾਚਦੇ। ਹਰ ਕੋਈ ਗੁਰੂ ਕਾ ਸਿੱਖ ਸਤਿਗੁਰੂ ਦੀ ਪਾਵਨ ਨਿੱਘੀ ਗੋਦ ਦੇ ਵਿੱਚ ਬੈਠ ਕਰਕੇ 35 ਮਹਾਂਪੁਰਖਾਂ ਦੀ ਦੀਦਾਰ ਕਰਦੇ। ਉਹਨਾਂ ਨੇ ਸਾਨੂੰ ਇੱਕੋ ਹੀ ਇਹ ਗੁਣ ਸਿਖਾਏ ਨੇ ਕਿ ਆਪਣੇ ਮਨ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਟਿਕਾਉਣਾ ਤੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਬਲੀਮ ਪੈਦਾ ਕਰਨਾ, ਗੁਰੂ ਦੇ ਪ੍ਰਤੀ ਵਿਸ਼ਵਾਸ ਆਪਣੇ ਜੀਵਨ ਵਿੱਚ ਪੈਦਾ ਕਰਨਾ, ਗੁਰੂ ਤੇ ਭਰੋਸਾ ਰੱਖਣਾ। ਸਤਿਗੁਰੂ ਦੀ ਬਾਣੀ ਸਾਨੂੰ ਇਹ ਗੱਲ ਸਿਖਾਉਂਦੀ ਹੈ। ਪਰ ਜਦੋਂ ਅਸੀਂ ਉਹਨਾਂ ਗੁਣਾਂ ਨੂੰ ਗੁਰਬਾਣੀ ਵਿੱਚ ਬਾਚਦੇ ਹਾਂ ਕਿ ਜਿਵੇਂ ਦੇਖੋ ਜੀ, ਗੁਰੂ ਦਾ ਸਿੱਖ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਦਾ ਹੈ ਮਾਨਸਿਕ ਤੌਰ ਤੇ। ਉੱਥੇ ਦੇਖੋ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਸਮਝਾ ਦਿੱਤੀ ਸੀ, ਜਿਵੇਂ ਆਪ ਜੀ ਨੇ ਸ਼ਾਮ ਦੇ ਦੀਵਾਨ ਦੇ ਵਿੱਚ ਵਿਚਾਰ ਸੁਣੀ ਕਿ ਗੁਰੂ ਦੇ ਲਾਲਾ ਨੇ ਦੇਖੋ ਆਪਣੇ ਆਪ ਨੂੰ ਵੀ ਮੈਦਾਨੇ ਜੰਗ ਦੇ ਵਿੱਚ ਕੌਮ ਦੀ ਖਾਤਰ ਜਿਹੜਾ ਹੈ ਨਿਸ਼ਾਵਰ ਕਰ ਦਿੱਤਾ।
ਕਿਤੇ ਸੀ ਤੱਕ ਨਹੀਂ ਉਚਾਰਨ ਕੀਤੀ ਆਪਣੀ ਜੀਭਾ ਤੋਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਿ ਸਾਡੀ ਇੱਥੋਂ ਤੱਕ ਸੁਰਤ ਮੁਕੰਮਲ ਤੌਰ ਤੇ ਸਤਿਗੁਰੂ ਦੇ ਚਰਨਾਂ ਵਿੱਚ ਕਾਇਮ ਹੁੰਦੀ, ਕਿਉਂਕਿ ਕਈ ਵਾਰ ਸਾਡੇ ਮਨ ਦੀ ਇਹ ਰੁਚੀ ਪੈਦਾ ਹੁੰਦੀ ਹੈ ਕਿ ਸੌਖੇ ਤਰੀਕੇ ਦੇ ਨਾਲ ਜਿਹੜੀ ਵਿਚਾਰ ਹੋਵੇ ਸਾਡੇ ਹਿਰਦੇ ਨੂੰ ਵਿੰਨ ਕਰਕੇ ਰੱਖ ਦੇਵੇ। ਇੱਕ ਤਾਂ ਹੁੰਦਾ ਹੈ ਕਿ ਜਦੋਂ ਹਰ ਕੋਈ ਬੰਦਾ ਦੇਖੋ ਜੀ ਵਿਦਵਤਾ ਦੇ ਵਿੱਚ ਹੋਵੇ ਤੇ ਕਹਿੰਦਾ ਹੈ ਕਿ ਮੈਂ ਡੂੰਗੀ ਤੋਂ ਡੂੰਗੀ ਗੱਲ ਨੂੰ ਮੁਕੰਮਲ ਛੇੜਾਂ ਤੇ ਸਮਾਂ ਬਹੁਤ ਹੋ ਜਾਂਦਾ ਹੈ, ਪਰ ਇੱਥੋਂ ਤੱਕ ਉਹ ਨਿਖਾਰ ਸਾਰੇ ਇਤਿਹਾਸ ਦਾ ਇਕੱਠਾ ਨਹੀਂ ਹੁੰਦਾ। ਤਾਂ ਕਿਉਂ ਕਿਤੇ ਆਪਣੀ ਸੁਰਤ ਨੂੰ ਕਿ ਜਦੋਂ ਅਸੀਂ ਇਹਨਾਂ ਲਾਲਾਂ ਦੀ ਸ਼ਹਾਦਤ ਦੇ ਬਾਰੇ ਇਤਿਹਾਸ ਪੜ੍ਹਦੇ ਹਾਂ, ਚਾਹੇ ਵਾਚਦੇ ਚਾਹੇ ਆਪ ਸੁਣਦੇ ਆਏ ਹੋ, ਕਿਤੇ ਨਾ ਕਿਤੇ ਸਾਡੇ ਅੰਦਰ ਰੁਚੀ ਪੈਦਾ ਹੁੰਦੀ ਹੈ। ਆਪਣੇ ਨੇਤਰ ਬੰਦ ਕਰਕੇ ਆਪਣੀ ਸੁਰਤ ਨੂੰ ਗੁਰੂ ਦੇ ਲਾਲਾਂ ਦੇ ਨਾਲ ਜੋੜੀਏ, ਕਿਉਂਕਿ ਗੁਰੂ ਦੇ ਚਰਨਾਂ ਵਿੱਚ ਇਹੀ ਬੇਨਤੀ ਹੁੰਦੀ ਹੈ, ਸਤਿਗੁਰੂ ਤੁਹਾਡੇ ਚਰਨਾਂ ਵਿੱਚ ਬੈਠੇ ਹਾਂ, ਤੁਹਾਡੀ ਕਿਰਪਾ ਦੇ ਸਦਕਾ ਇਕਾਗਰਤਾ ਸਾਡੇ ਤੇ ਕਾਇਮ ਰੱਖਿਓ। ਰਾਤ ਦੇ ਦੀਵਾਨ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖੋ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਆ ਚੁੱਕੇ। ਹੁਣ ਇੱਥੇ ਦੇਖੋ ਜੀ ਫੌਜ ਨੇ ਘੇਰਾ ਪਾਇਆ, ਭਾਈ ਸੰਗਤ ਜੀ ਹੋਰ ਵੀ ਨਾਲ ਸਿੱਖ ਨੇ ਸ਼ਹਾਦਤ ਦਾ ਜਾਮ ਪੀਂਦੇ। ਤੇ ਜਦੋਂ ਅਸੀਂ ਛੋਟੇ ਲਾਲਾਂ ਦਾ ਇੱਥੋਂ ਤੱਕ ਸਰਸਾ ਨਦੀ ਤੋਂ ਵਿਛੋੜਾ ਪਿਆ, ਇੱਥੋਂ ਅਸੀਂ ਇਤਿਹਾਸ ਆਰੰਭਦੇ ਹਾਂ ਉਹਨਾਂ ਦੀ ਸ਼ਹਾਦਤ ਤੱਕ, ਤੇ ਸਾਡੇ ਹਿਰਦੇ ਦੇ ਵਿੱਚ ਇੱਥੋਂ ਤੱਕ ਕਿਤੇ ਨਾ ਕਿਤੇ ਐਸੀ ਰੂਹਾਨੀਅਤ ਪੈਦਾ ਹੁੰਦੀ ਹੈ ਕਿ ਸਤਿਗੁਰੂ ਚੋਜੀ ਪ੍ਰੀਤਮ ਸੱਚੀ ਸਰਕਾਰ ਜੀ ਆਪ ਜੀ ਨੇ ਆਪਣੇ ਲਾਲ ਇਸ ਕੌਮ ਦੀ ਖਾਤਰ ਵਾਰ ਦਿੱਤੇ। ਅਸੀਂ ਵੀ ਆਪ ਜੀ ਦੇ ਲਾਲਾਂ ਨੂੰ ਸਮਰਪਿਤ ਹੋਈਏ। ਹੁਣ ਧਿਆਨ ਦੇ ਨਾਲ ਇਹਨਾਂ ਸਤਰਾਂ ਨੂੰ ਸੁਣਿਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖੋ ਜਦੋਂ ਵਿਛੋੜਾ ਪਿਆ ਹੈ ਨਾ, 3 ਹਿੱਸਿਆਂ ਦੇ ਵਿੱਚ ਪਰਿਵਾਰ ਹੋਇਆ, ਤੇ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇਖੋ ਇਕੱਠੇ ਨੇ। ਸਰਸਾ ਨੂੰ ਪਾਰ ਕੀਤਾ, ਚਮਤੇ ਨਗਰ ਦੇ ਵਿੱਚ ਪਹਿਲਾ ਪੜਾਅ ਇਹਨਾਂ ਨੇ ਕੀਤਾ ਸੀ ਕੁੰਬੇ ਮਾਸ਼ਕੀ ਦੇ ਘਰ ਵਿੱਚ। ਲਾਗੇ ਇੱਕ ਦੇਖੋ ਜੀ ਬਜ਼ੁਰਗ ਮਾਈ ਰਹਿੰਦੀ ਸੀ, ਗਰੀਬ ਸੀ ਘਰ ਦੇ ਵਿੱਚੋਂ ਵਿਚਾਰੀ। ਉਸ ਦੇਖੋ ਮਾਈ ਦਾ ਨਾਂ ਸੀ ਲਕਸ਼ਮਣੀ ਬ੍ਰਾਹਮਣੀ। ਹੁਣ ਦੇਖੋ ਕੁੰਬੇ ਮਾਸ਼ਕੀ ਨੇ ਬੇਨਤੀ ਕੀਤੀ, ਲਕਸ਼ਮਣੀ ਬ੍ਰਾਹਮਣੀ ਨੇ ਦੇਖੋ ਜੀ ਘਰ ਦੇ ਵਿੱਚ ਸਾਦਾ ਜਿਹਾ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਦੇ ਲਾਲਾਂ ਨੂੰ ਛਕਾਇਆ, ਤੇ ਮਾਤ ਗੁਜਰ ਜੀ ਨੇ ਛਕਿਆ ਇਹ ਪ੍ਰਸ਼ਾਦਾ। ਇੱਕ ਅਸੀਂ ਇਤਿਹਾਸ ਵਿੱਚ ਜ਼ਰੂਰ ਸਤਰਾਂ ਪੜ੍ਹਦੇ ਹਾਂ ਕਿ ਦੇਖੋ ਜੀ ਤਸੀਹੇ ਨੇ, ਪਰ ਇੱਕ ਸਭ ਤੋਂ ਵੱਡਾ ਤਸੀਹਾ ਇੱਥੋਂ ਤੱਕ ਮੇਰੇ ਅਕੋਰਡਿੰਗ ਇਹ ਮੰਨਿਆ ਗਿਆ ਹੈ ਕਿ ਗੁਰੂ ਦੇ ਲਾਲ ਦੇਖੋ ਜੀ ਛੋਟੀ ਜੀ ਉਮਰ ਹੈ, ਭੁੱਖੇ ਰਹਿ ਕੇ ਦੇਖੋ ਕਿੰਨੀਆਂ ਰਾਤਾਂ ਉਹਨਾਂ ਨੇ ਕੱਟੀਆਂ ਨੇ। ਬੰਦਾ ਇੱਕ ਰਾਤ ਕੱਟ ਲਵੇ, ਇੱਕ ਰਾਤ ਇੱਥੋਂ ਤੱਕ ਕੱਟ ਲਵੇ ਤੇ ਕਹਿੰਦਾ ਜੀ ਭੁੱਖ ਬਹੁਤ ਲੱਗੀ ਹੈ। ਪਰ ਦੇਖੋ ਗੁਰੂ ਦੇ ਲਾਲ ਮਾਤ ਗੁਜਰ ਜੀ ਨੇ ਦੇਖੋ ਅੱਜ ਕੁੰਬੇ ਮਾਸ਼ਕੀ ਦੇ ਇੱਥੇ ਨਗਰ ਦੇ ਵਿੱਚ ਉਹਨਾਂ ਦੇ ਘਰ ਦੇਖੋ ਜੀ ਲਕਸ਼ਮਣੀ ਬ੍ਰਾਹਮਣੀ ਦੇ ਹੱਥਾਂ ਦਾ ਤਿਆਰ ਹੋਇਆ ਭੋਜਨ ਛਕਿਆ ਹੈ। ਇੱਥੋਂ ਦੇਖੋ ਜੀ ਅਗਲੀ ਰਾਤ ਜਿਹੜੀ ਹੈ ਗੰਗੂ ਬ੍ਰਾਹਮਣ ਦੇ ਘਰ ਕੱਟਦੇ ਨੇ ਸਹੇੜੀ ਨਗਰ ਦੇ ਵਿੱਚ। ਚਮਤੇ ਤੋਂ ਚੱਲੇ ਅੱਗੇ ਆਏ ਨੇ ਗੰਗੂ ਰਸੋਈਏ ਦੇ ਘਰ ਵਿੱਚ। ਗੰਗੂ ਨੇ ਦੇਖੋ ਜੀ ਮਾਤ ਗੁਜਰ ਜੀ ਨੂੰ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਦੇਖੋ ਆਪਣੇ ਘਰ ਜਿਹੜਾ ਹੈ ਬਸੇਬਾ ਕਰਵਾ ਦਿੱਤਾ। ਘਰ ਦਾ ਇਹ ਰਸੋਈਆ ਹੁੰਦਾ ਸੀ ਜੀ ਗੰਗੂ ਬ੍ਰਾਹਮਣ। ਜਦੋਂ ਸ਼ਰਨ ਦਿੱਤੀ ਹੈ ਗੰਗੂ ਬ੍ਰਾਹਮਣ ਦੇਖੋ ਜੀ ਰਾਤ ਪਈ ਤੇ ਕਹਿਣ ਲੱਗਾ, ਮਾਤ ਜੀ ਮੈਂ 2 ਪਲੰਗ ਢਾਹ ਦੇਵਾਂ ਆਪ ਜੀ ਦੇ ਵਾਸਤੇ, ਛੋਟੇ ਲਾਲਾਂ ਦੇ ਵਾਸਤੇ, ਤੁਹਾਡੇ ਵਾਸਤੇ। ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਗੰਗੂ ਤੈਨੂੰ ਤਾਂ ਪਤਾ ਹੀ ਹੈ, ਤੂੰ ਸਾਡੇ ਘਰ ਵਿੱਚ ਰਹਿ ਕੇ ਕਿੰਨਾ ਸਮਾਂ ਕੰਮ ਕੀਤਾ, ਸੇਵਾ ਕੀਤੀ, ਕਿ ਮੇਰੇ ਲਾਲ ਮੇਰੇ ਤੋਂ ਕਦੀ ਇੱਥੋਂ ਤੱਕ ਵੱਖ ਨਹੀਂ ਸੁੱਤੇ। ਕਹਿਣ ਲੱਗੇ ਇੱਕ ਪਲੰਗ ਤੂੰ ਢਾਹ ਦੇਵੀਂ, ਅਸੀਂ ਇੱਕੇ ਪਲੰਗ ਤੇ ਵਿਸ਼ਰਾਮ ਕਰ ਲਵਾਂਗੇ। ਦੇਖੋ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਮੇਰੇ ਲਾਲ ਮੇਰੇ ਜਾਏ, ਇਹ ਮੇਰੇ ਪੋਤਰੇ ਜਿਹੜੇ ਹੈ ਮੇਰੇ ਤੋਂ ਕਦੀ ਵੱਖ ਨਹੀਂ ਹੋਏ।
ਜਦੋਂ ਦੀ ਇਹਨਾਂ ਦੀ ਮਾਤਾ ਦੇਖੋ ਜੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ, ਉਦੋਂ ਦੇ ਹੀ ਮੇਰੇ ਕੋਲ ਰਹਿੰਦੇ ਨੇ। ਗੁਰੂ ਦੇ ਛੋਟੇ ਲਾਲ ਮਾਤਾ ਗੁਜਰ ਕੌਰ ਜੀ ਨੇ ਦੇਖੋ ਆਪਣੀ ਗੋਦ ਵਿੱਚ ਬਿਠਾ ਕਰਕੇ ਲੋਰੀਆਂ ਸੁਣਾਇਆ ਕਰਨੀਆਂ। ਸਾਰੀ ਸਿੱਖਿਆ ਜਿਹੜੀ ਹੈ ਉਹ ਜਿੰਨੀ ਵੀ ਭੂਮਿਕਾ ਨਿਭਾਈ ਛੋਟੇ ਲਾਲਾਂ ਦੇ ਜੀਵਨ ਵਿੱਚ ਮਾਤਾ ਜੀ ਦੀ ਹੈ, ਦਾਦੀ ਜੀ ਦੀ। ਇੰਨਾ ਪ੍ਰੇਮ ਕਰਦੇ ਨੇ। ਨਾ ਦਾਦੀ ਦੇਖੋ ਪੋਤਿਆਂ ਤੋਂ ਬਿਨਾਂ ਇੱਕ ਰਾਤ ਕੱਟ ਸਕਦੇ, ਨਾ ਪੋਤੇ ਇੱਥੋਂ ਤੱਕ ਦਾਦੀ ਤੋਂ ਬਿਨਾਂ ਰਹਿ ਸਕਦੇ। ਜਦੋਂ ਗੰਗੂ ਬ੍ਰਾਹਮਣ ਨੇ ਦੇਖੋ ਇਹ ਬੇਨਤੀ ਨੂੰ ਸੁਣਿਆ, ਉਹਨੇ ਇੱਕ ਪਲੰਘ ਡਾਇਆ। ਮਾਤਾ ਗੁਜਰ ਕੌਰ ਜੀ ਦੇਖੋ ਆਪ ਵਿਚਕਾਰ ਪਏ ਨੇ ਤੇ ਸੱਜੇ ਖੱਬੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਪਏ। ਕਿਤੇ ਤੱਕਿਓ ਉਹ ਸਮਾਂ ਕਿ ਜਦੋਂ ਮਾਤਾ ਜੀ ਦੇਖੋ ਆਪ ਵਿਸ਼ਰਾਮ ਕਰ ਰਹੇ ਨੇ, ਸੱਜੇ ਖੱਬੇ ਦੋਵੇਂ ਦੇਖੋ ਲਾਲ ਸੁੱਤੇ ਹੋਏ ਨੇ ਮਾਤਾ ਦੇ ਇੱਥੋਂ ਤੱਕ ਬਾਹਾਂ ਦੇ ਵਿੱਚ, ਤੇ ਕਿੰਨਾ ਇੱਥੋਂ ਤੱਕ ਸਕੂਨ ਉਹਨਾਂ ਨੂੰ ਮਿਲ ਰਿਹਾ ਹੈ ਕਿ ਕਿੰਨੀਆਂ ਇੱਥੋਂ ਤੱਕ ਬਰਫੀਲੀ ਰਾਤਾਂ ਦੇ ਵਿੱਚ ਉਹ ਵੀ ਸਮਾਂ ਆਪਣਾ ਜਿਹੜਾ ਅਟੈਂਡ ਕਰਦੇ ਪਏ ਨੇ, ਕਿੰਨਾ ਬਤੀਤ ਕੀਤਾ ਉਹਨਾਂ ਨੇ ਦੁੱਖਾਂ ਦੀ ਘੜੀ ਦੇ ਵਿੱਚ ਆਪਣਾ ਜੀਵਨ। ਹੁਣ ਜਦੋਂ ਦੇਖੋ ਰਾਤ ਪਈ ਨਾ, ਤੇ ਮਾਤਾ ਜੀ ਦੇ ਕੋਲ ਇੱਕ ਛੋਟੀ ਜੀ ਜਿਵੇਂ ਕਹਿੰਦੇ ਥੈਲੀ ਸੀ, ਗੁੱਥਲੀ ਸੀ, ਉਹਦੇ ਵਿੱਚ ਥੋੜੇ ਜਿਹੇ ਪੈਸੇ ਨੇ। ਕਈ ਵਿਦਵਾਨਾਂ ਨੇ ਗੱਲ ਲਿਖੀ ਹੈ, ਕਹਿੰਦੇ ਨੇ ਕਿ ਦੇਖੋ ਜਦੋਂ ਗੰਗੂ ਨੇ ਘਰ ਵਿੱਚ ਭੋਜਨ ਤਿਆਰ ਕੀਤਾ, ਉਹਨੇ ਰੋਟੀ ਦੇਖੋ ਜੀ ਇਸ ਤਰ੍ਹਾਂ ਦਿੱਤੀ ਸੀ। ਛੋਟੇ ਲਾਲ ਕਹਿੰਦੇ ਮਾਤਾ ਜੀ ਇਹ ਤਾਂ ਖਾਧੀ ਨਹੀਂ ਜਾਂਦੀ। ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੀ ਕਹਿੰਦੇ ਨੇ, ਕਹਿੰਦੇ ਕਿ ਦੇਖੋ ਮਾਤਾ ਨੇ ਨਾ ਗੁੱਥਲੀ ਚੋਂ ਥੋੜੇ ਪੈਸੇ ਕੱਢੇ ਤੇ ਗੰਗੂ ਨੂੰ ਦਿੱਤੇ, ਤੇ ਇਹ ਗੱਲ ਆਖੀ ਕਿ ਪਤਾਸੇ ਲਿਆ ਦੇ, ਮੇਰੇ ਬੱਚਿਆਂ ਨੇ ਖਾਣੇ ਨੇ। ਪਤਾਸੇ ਦੇਖੋ ਜੀ ਖਵਾਏ। ਥੋੜੀ ਜੀ ਭੁੱਖ ਤਾਂ ਇੱਥੋਂ ਤੱਕ ਤਮੰਨਾ ਅਦਾ ਹੋਈ ਨਾ। ਗੰਗੂ ਨੇ ਉਸ ਥੈਲੀ ਨੂੰ ਦੇਖਿਆ, ਮਾਤਾ ਨੇ ਆਪਣੇ ਸਰਾਣੇ ਲਾਗੇ ਰੱਖੀ। ਰਾਤ ਪਈ ਤੇ ਗੰਗੂ ਨੇ ਦੇਖੋ ਜੀ ਉਹ ਥੈਲੀ ਜਿਹੜੀ ਪੈਸਿਆਂ ਵਾਲੀ ਗੁੱਥਲੀ ਸੀ ਉਹਨੂੰ ਚੁਰਾ ਲਿਆ। ਮਾਤਾ ਜੀ ਨੇ ਤੱਕ ਲਿਆ ਸੀ, ਰਾਤ ਦਾ ਸਮਾਂ ਸੀ ਨਾ। ਮਾਤਾ ਜੀ ਨੇ ਦੇਖੋ ਟੋਕਿਆ ਨਹੀਂ ਕਿ ਤੂੰ ਚੋਰੀ ਕਰ ਰਿਹਾ ਹੈ। ਕਹਿਣ ਲੱਗੇ ਚਲੋ ਆਪਣਾ ਹੀ ਘਰ ਹੈ, ਆਪਣੇ ਘਰ ਵਿੱਚ ਰਹਿ ਕੇ ਸੇਵਾ ਕਰਿਆ ਕਰਦਾ ਸੀ, ਅੰਮ੍ਰਿਤ ਵੇਲਾ ਹੋਵੇਗਾ ਮੈਂ ਇਹਦੇ ਕੋਲੋਂ ਥੈਲੀ ਲੈ ਲਵਾਂਗੀ। ਮਾਤ ਜੀ ਨੇ ਦੇਖੋ ਆਪਣਾ ਬੱਚਾ ਸਮਝਿਆ ਸੀ ਗੰਗੂ ਬ੍ਰਾਹਮਣ ਨੂੰ, ਪਰ ਇਹਨਾਂ ਕੋ ਇਹਨੇ ਲਾਲਚ ਆਪਣੇ ਜੀਵਨ 'ਚ ਪੈਦਾ ਕਰ ਲੈਣਾ ਹੈ, ਇਹ ਇੱਥੋਂ ਤੱਕ ਮਾਤਾ ਜੀ ਨਾ ਜਾਣਦੇ ਨਹੀਂ ਸੀ। ਅੰਮ੍ਰਿਤ ਵੇਲਾ ਹੋਇਆ, ਮਾਤ ਜੀ ਕਹਿਣ ਲੱਗੇ ਕਿ ਉਹ ਜਿਹੜੀ ਥੈਲੀ ਤੂੰ ਰਾਤ ਚੱਕੀ ਸੀ ਉਹ ਕਿੱਥੇ ਹੈ, ਮੇਰੇ ਲਾਲ ਦੱਸ। ਗੰਗੂ ਬ੍ਰਾਹਮਣ ਅੱਗੋਂ ਕਹਿਣ ਲੱਗਾ ਨਾਲੇ ਤੇ ਮੈਂ ਤੁਹਾਨੂੰ ਘਰ ਵਿੱਚ ਸ਼ਰਨ ਦਿੱਤੀ ਹੈ ਤੇ ਮੇਰੇ ਤੇ ਚੋਰੀ ਦਾ ਇਲਜ਼ਾਮ ਪਿਆ ਲਾ ਰਹੇ ਜੇ। ਕਹਿਣ ਲੱਗਾ ਕਿ ਮੈਂ ਅੱਜ ਹੀ ਤੁਹਾਡੀ ਸ਼ਿਕਾਇਤ ਦੇਖੋ ਜੀ ਮੋਰਿੰਡੇ ਜਾ ਕੇ ਕਰ ਦੇਣੀ ਹੈ। ਕਹਿੰਦੇ ਪਿੰਡ ਦੇ ਚੌਧਰੀ ਨੂੰ ਲੈ ਕੇ ਇਹ ਮੋਰਿੰਡੇ ਆ ਗਿਆ। ਹੁਣ ਦੇਖੋ ਇੱਥੇ ਆ ਕੇ ਜਾਨੀ ਖਾਂ ਮਾਨੀ ਖਾਂ ਨੂੰ ਇਹਨੇ ਸ਼ਿਕਾਇਤ ਲਗਾ ਦਿੱਤੀ। ਕਹਿਣ ਲੱਗੇ ਸਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੋ ਲਾਲ, ਉਹਨਾਂ ਦੀ ਬਜ਼ੁਰਗ ਮਾਤਾ, ਮੈਂ ਉਹਨਾਂ ਨੂੰ ਸ਼ਰਨ ਦਿੱਤੀ ਹੈ। ਹੁਣ ਦੇਖੋ ਇਹ ਮੋਰਿੰਡੇ ਥਾਣੇ ਦੇ ਵਿੱਚ ਜਿਵੇਂ ਕੋਈ ਕਹਿੰਦੀ ਹੈ ਨਾ ਥਾਣੇਦਾਰ ਹੁੰਦਾ ਹੈ, ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਮੁਜਰਮ ਫੜ ਕੇ ਦੇਖੋ ਨਵਾਬ ਦੇ ਸਾਹਮਣੇ ਪੇਸ਼ ਕਰਾਂਗੇ ਤੇ ਸਾਨੂੰ ਕੋਈ ਅਹੁਦਾ ਮਿਲ ਜਾਵੇਗਾ। ਉਸੇ ਤਰ੍ਹਾਂ ਦੇਖੋ ਜੀ ਜਾਨੀ ਖਾਂ ਮਾਨੀ ਖਾਂ ਮੋਰਿੰਡੇ ਤੋਂ ਚੱਲੇ ਤੇ ਮਾਤ ਜੀ ਨੂੰ ਤੇ ਛੋਟੇ ਲਾਲਾ ਨੂੰ ਦੇਖੋ ਇੱਥੋਂ ਗ੍ਰਿਫਤਾਰ ਕੀਤਾ ਹੈ, ਮੋਰਿੰਡੇ ਦੀ ਧਰਤੀ ਤੇ ਲਿਆਂਦਾ। ਇੱਥੇ ਕਾਲ ਕੋਠੀ ਛੋਟੀ ਜੀ ਇੱਥੋਂ ਤੱਕ ਕਮਰਾ ਕਹਿੰਦੇ ਉਹਦੇ ਅੰਦਰ ਬੰਦ ਕੀਤਾ ਛੋਟੇ ਲਾਲਾ ਨੂੰ ਤੇ ਮਾਤਾ ਬਜ਼ੁਰਗ ਮਾਤਾ ਗੁਜਰ ਕੌਰ ਜੀ। ਉਸ ਸਮੇਂ ਨੂੰ ਕਿਤੇ ਤੱਕਿਓ ਜੇ ਕਿ ਜਦੋਂ ਲਾਲਾ ਨੂੰ ਅੰਦਰ ਬੰਦ ਕੀਤਾ ਤੇ ਉੱਥੇ ਵੀ ਰਾਤ ਨੂੰ ਦੇਖੋ ਮੋਰਿੰਡੇ ਵੀ ਕੁਝ ਨਹੀਂ ਗਾ ਖਾਣ ਨੂੰ ਇੱਥੋਂ ਤੱਕ ਮਿਲਿਆ ਛੋਟੇ ਲਾਲਾ ਨੂੰ, ਨਾ ਮਾਤਾ ਗੁਜਰ ਕੌਰ ਜੀ। 2 ਦਿਨ ਦੇਖੋ ਹੋ ਗਏ ਨੇ ਭੁੱਖੇ ਨੇ ਨਾ, ਪਰ ਇਹ ਵੀ ਬੇਨਤੀ ਨਹੀਂ ਕੀਤੀ ਮਾਤਾ ਜੀ ਸਾਨੂੰ ਭੁੱਖ ਲੱਗੀ ਹੈ। ਇਹ ਬੇਨਤੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਨੇ ਪਤਾ ਹੈ ਭਾਣੇ ਵਿੱਚ ਕਿਵੇਂ ਜੂਝਣਾ ਹੁਣ। ਤੇ ਜਦੋਂ ਦੇਖੋ ਅੰਮ੍ਰਿਤ ਵੇਲਾ ਹੋਇਆ ਤੇ ਜਾਨੀ ਖਾਂ ਮਾਨੀ ਖਾਂ ਹੁਣ ਇਹਨਾਂ ਨੇ ਦੇਖੋ ਜੀ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜਾ ਕੇ ਬੇਨਤੀ ਕਰ ਦਿੱਤੀ ਹੈ ਕਿ ਦੇਖੋ ਜਿਹੜੇ ਗੁਰੂ ਦੇ ਲਾਲ ਨੇ ਮਾਤਾ ਹੈ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਮੋਰਿੰਡੇ ਨੇ। ਵਜ਼ੀਰ ਖਾਂ ਜਿਹੜਾ ਅੱਗੇ ਹੀ ਇੱਥੋਂ ਤੱਕ ਆਪਣੇ ਹਿਰਦੇ ਨੂੰ ਸਾੜ ਕੇ ਬੈਠਾ ਸੀ, ਗੱਲ ਕਹਿੰਦਾ ਕਿ 7-8 ਮਹੀਨੇ ਹੋ ਗਏ ਨੇ ਸਿੱਖਾਂ ਨੂੰ ਘੇਰਾ ਪਾਇਆ, ਸਾਡੇ ਤਾਂ ਹੱਥ ਨਹੀਂ ਆ ਰਹੇ, ਚਲੋ ਤੁਸੀਂ ਇਹਨਾਂ ਛੋਟੇ ਬੱਚਿਆਂ ਨੂੰ ਤੇ ਫੜ ਹੀ ਲਿਆ ਇਹਨਾਂ। ਕਹਿੰਦੇ ਛੋਟੇ ਬੱਚਿਆਂ ਨੂੰ ਤੁਸੀਂ ਫੜਿਆ, ਮਾਤਾ ਜੀ ਨੂੰ ਫੜ ਲਿਆ। ਕਹਿਣ ਲੱਗੇ ਇਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ। 10 ਪੋਹ ਨੂੰ ਅਸੀਂ ਦੇਖਦੇ ਨਾ 6 ਪੋਹ ਨੂੰ
ਆਨੰਦਪੁਰ ਦਾ ਕਿਲ੍ਹਾ ਛੱਡਿਆ, 7 ਨੂੰ ਸਰਸਾਂ ਨੂੰ ਪਾਰ ਕੀਤਾ, 7 ਰਾਤ ਨੂੰ ਗੰਗੂ ਦੇ ਘਰ ਰਹਿੰਦੇ, ਕੁੰਭੇ ਮਾਸ਼ਕੀ ਦੇ ਘਰ ਰਹੇ, 7 ਪੋਹ ਨੂੰ ਰਾਤ, 8 ਪੋਹ ਨੂੰ ਇੱਥੇ ਗੰਗੂ ਦੇ ਘਰ ਆ ਜਾਂਦੇ, 9 ਪੋਹ ਨੂੰ ਦੇਖੋ ਜੀ ਇੱਥੇ ਮਰਿੰਡੇ ਦੀ ਧਰਤੀ ਤੇ ਰਹੇ, ਤੇ ਜਦੋਂ 10 ਪੋਹ ਨੂੰ ਲੈ ਕੇ ਗਏ ਨੇ ਉੱਥੇ ਠੰਡੇ ਬੁਰਜ ਦੇ ਵਿੱਚ, 10, 11 ਤੇ 12 ਪੋਹ ਨੂੰ ਤੇ 13 ਨੂੰ ਦੇਖੋ ਸ਼ਹਾਦਤ ਦਾ ਜਾਮ ਪੀਂਦੇ ਗੁਰੂ ਦੇ ਛੋਟੇ ਲਾਲ। ਹੁਣ ਦੇਖੋ ਇੱਥੇ ਠੰਡੇ ਬੁਰਜ ਦੇ ਵਿੱਚ ਲਿਆਂਦਾ, ਪਤਾ ਇਹ ਠੰਡ ਕਿੰਨੀ ਹੈ ਜੀ। ਤਾਂ ਕਿਉਂ ਕਿਤੇ ਸਮਾਂ ਕਿ ਜਿਹੜਾ ਠੰਡਾ ਬੁਰਜ ਹੈ, ਕਈ ਵਿਦਵਾਨ ਇਹ ਗੱਲ ਲਿਖਦੇ ਨੇ, ਕਹਿੰਦੇ ਨੇ ਕਿ ਇੱਥੇ ਦੇਖੋ ਜੀ ਗਰਮੀਆਂ ਦੇ ਵਿੱਚ ਵੀ ਮੁਕੰਮਲ ਤੌਰ ਤੇ ਠੰਡ ਬਹੁਤ ਹੁੰਦੀ ਸੀ, ਤੇ ਇੱਥੇ ਦੇਖੋ ਜਿਹੜੇ ਆਪ ਹਕੂਮਤ ਦੇ ਮਾਲਕ ਸੀ ਨਾ, ਇਹ ਕੁਰਸੀਆਂ ਢਾਹ ਕਰਕੇ ਇੱਥੇ ਹਵਾ ਲੈਂਦੇ ਸੀ, ਥੱਲੇ ਪਾਣੀ ਠੰਡਾ ਸੀ ਨਾ। ਕਹਿੰਦੇ ਕਿ ਦੇਖੋ ਉਹਦੀ ਜਿਹੜੀ ਠੰਡਤਾ ਸੀ ਉਹ ਉੱਥੇ ਇੰਨੀ ਕੋ ਜੇਠ ਦੇ ਮਹੀਨੇ ਵਿੱਚ ਕਿੰਨੀ ਗਰਮੀ ਹੁੰਦੀ, ਤੇ ਉੱਥੇ ਬੈਠ ਕੇ ਸਕੂਨ ਹੁੰਦਾ ਸੀ। ਉਹ ਸਮਿਆਂ ਦੇ ਵਿੱਚ ਏਸੀ ਤਾਂ ਨਹੀਂ ਸੀ ਨਾ। ਕਹਿੰਦੇ ਕਿ ਇੰਨੀ ਮੁਕੰਮਲ ਜਿਹੜੀ ਠੰਡ ਆਪਣੀ ਜੇਠ ਦੇ ਮਹੀਨੇ ਵਿੱਚ ਬਹਿ ਕੇ ਠੰਡੇ ਬੁਰਜ ਤੇ ਲੈਂਦੇ ਸੀ, ਤੇ ਪੋਹ ਦਾ ਮਹੀਨਾ ਤਾਂ ਕਿਉਂਕਿ ਕਿੰਨੀ ਠੰਡ ਪੈਂਦੀ ਹੋਵੇਗੀ, ਕਿੰਨੀ ਸ਼ੀਤ ਹੋਵੇਗੀ ਉੱਥੇ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੇਖੋ ਠੰਡੇ ਬੁਰਜ ਦੇ ਵਿੱਚ ਨੇ। ਜਦੋਂ ਪਹਿਲੀ ਰਾਤ ਦੇਖੋ ਉੱਥੇ ਕੱਟੀ ਹੈ, ਉਹ ਸਮੇਂ ਨੂੰ ਕਿਤੇ ਤੱਕਿਓ ਆਪਣੀ ਸੁਰਤ ਨੂੰ ਠੰਡੇ ਬੁਰਜ ਦੇ ਵਿੱਚ ਲੈ ਕੇ ਜਾਈਏ, ਤੇ ਸਾਨੂੰ ਇਹ ਮਹਿਸੂਸ ਹੋਵੇ ਕਿ ਦਾਤਾ ਤੇਰੇ ਪੁੱਤਰ ਬੈਠੇ ਨੇ, ਮਾਤਾ ਜੀ ਬੈਠੇ ਨੇ, ਤੇ ਸਾਡੇ ਅੱਖਾਂ ਸਾਹਮਣੇ ਆ ਵਿਚਾਰ ਹੋ ਰਹੀ ਹੈ ਕਿ ਛੋਟੇ ਲਾਲਾਂ ਨੂੰ ਦੇਖੋ ਮਾਤਾ ਕਦੀ ਆਪਣੇ ਸ਼ੌਲ ਦੇ ਨਾਲ ਗਰਮੈਸ਼ ਜਿਹੜੀ ਹੈ ਮੁੱਖ ਤੋਂ ਕੱਢ ਕੇ ਕਦੀ ਮੱਥੇ ਤੇ ਲਾ ਰਹੇ ਨੇ, ਹੱਥਾਂ ਤੇ ਲਾ ਰਹੇ ਨੇ, ਹੱਥਾਂ ਨੂੰ ਦੇਖੋ ਜੀ ਗਰਮੈਸ਼ ਦੇ ਰਹੇ ਨੇ। ਇੱਕ ਵਿਦਵਾਨ ਦੀਆਂ ਸਤਰਾਂ ਨੇ ਲਿਖਿਆ ਹੈ ਕਿ ਦੇਖੋ ਜੀ ਸੀਤ ਇੰਨੀ ਕੋ ਪੈ ਰਹੀ ਹੈ, ਠੰਡਾ ਬੁਰਜ ਦੇਖੋ ਬਹੁਤ ਉੱਚਾ ਹੈ ਨਾ, ਮੱਥੇ ਤੇ ਕਹਿੰਦੇ ਠੰਡੀ ਹਵਾ ਪੈਂਦੀ ਹੈ, ਬੁੱਲਾਂ ਦੇ ਉੱਪਰ ਛੋਟੇ ਬੱਚਿਆਂ ਦੇ ਹਵਾ ਪੈ ਰਹੀ ਹੈ, ਹੱਥ ਦੀਆਂ ਜਿਹੜੀਆਂ ਉਂਗਲਾਂ ਬੜੀਆਂ ਪਤਲੀਆਂ ਨੇ, ਕਹਿੰਦੇ ਇਹਨਾਂ ਦਾ ਹੱਥਾਂ ਦੀਆਂ ਉਂਗਲੀਆਂ ਦਾ ਦੇਖੋ ਰੰਗ ਨੀਲਾ ਪੈ ਗਿਆ ਹੈ, ਇੰਨੀ ਠੰਡ ਹੈ, ਸ਼ੀਤ ਪੈ ਰਹੀ ਹੈ। ਬਾਬਾ ਫਤਿਹ ਸਿੰਘ ਜੀ ਦੇਖੋ ਠੰਡ ਦੇ ਵਿੱਚ ਕਿਵੇਂ ਜੀਵਨ ਕੱਟ ਰਹੇ। ਮਾਤ ਜੀ ਦੇਖੋ ਉਹਨਾਂ ਦੇ ਕੋਲ ਨਾ ਕੋਈ ਬਸਤਰ ਹੈ, ਛੋਟੀ ਜੀ ਥੈਲੀ ਹੈ, ਬਸ ਗੰਡਰੀ ਜਿਹੜੀ ਕਹਿੰਦੇ ਨਾ ਕੋਲ ਸੀ। ਉਹ ਛੋਟੇ ਸਾਹਿਬਜ਼ਾਦਿਆਂ ਦੇ ਦੇਖੋ ਬਸਤਰ ਸੀ, ਚੋਲੇ ਸੀ ਉਹਨਾਂ ਦੇ। ਤੇ ਦੇਖੋ ਜਦੋਂ ਅੰਮ੍ਰਿਤ ਵੇਲਾ ਹੋਇਆ, ਵਜ਼ੀਰ ਖਾਨ ਨੇ ਦੇਖੋ ਆਪਣੇ ਪਠਾਨਾਂ ਨੂੰ ਭੇਜਿਆ, ਕਹਿਣ ਲੱਗਾ ਪਹਿਲਾ ਦਿਨ ਸੀ ਕਚਹਿਰੀ ਦਾ, ਪੇਸ਼ੀ ਸੀ ਨਾ। ਉਧਰ ਅੰਮ੍ਰਿਤ ਵੇਲੇ ਦੇਖੋ ਜੀ ਮਾਤਾ ਗੁਜਰ ਕੌਰ ਜੀ ਸੱਜੇ ਖੱਬੇ ਆਪਣੇ ਲਾਲਾਂ ਨੂੰ ਬਿਠਾਇਆ, ਇਹ ਸਿੱਖਿਆ ਦੇ ਦਿੱਤੀ ਹੈ ਕਿ ਪੁੱਤਰੋ ਤੁਹਾਡੇ ਦਾਦਾ ਜੀ ਨੇ ਇੰਨੀ ਵੱਡੀ ਕੁਰਬਾਨੀ ਦੇ ਦਿੱਤੀ ਸੀ ਧਰਮ ਦੀ ਖਾਤਰ, ਕਿਸੇ ਹੋਰ ਧਰਮ ਦੀ ਖਾਤਰ ਦੇਖਿਓ ਡੋਲਿਓ ਨਾ ਤੁਸੀਂ। ਤੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ, ਦਾਦੀ ਅੰਮਾ ਅਸੀਂ ਡੋਲਾਂਗੇ ਨਹੀਂ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੋਤਰੇ ਆ, ਸਾਡੀਆਂ ਰਗਾਂ ਦੇ ਵਿੱਚ ਬਾਪੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਖੂਨ ਡਲਕਾ ਮਾਰਦਾ ਪਿਆ। ਦਾਦੀ ਅਸੀਂ ਤੇਰੇ ਪੋਤਰੇ ਆ, ਤੂੰ ਸਾਨੂੰ ਗੋਦ 'ਚ ਬਿਠਾ ਕਰਕੇ ਇੰਨੀ ਸਿੱਖਿਆ ਦੇਣੀ, ਫਿਰ ਵੀ ਸਾਡਾ ਮਨ ਡੋਲ ਜਾਵੇਗਾ? ਕਦੀ ਨਹੀਂ ਡੋਲੇਗਾ ਸਾਡਾ ਮਨ। ਤੇ ਬਾਬਾ ਫਤਿਹ ਸਿੰਘ ਜੀ ਨਾ ਬਾਬਾ ਜੋਰਾਵਰ ਸਿੰਘ ਜੀ ਦੇ ਨਾਲ ਗੱਲਾਂ ਕਰਦੇ ਨੇ ਆਸ ਦੇ ਵਿੱਚ। ਹੁਣ ਦੇਖੋ ਜਦੋਂ ਪਹਿਲਾ ਸਮਾਂ ਸੀ ਉਦੋਂ ਵੀ ਉਹਨਾਂ ਬੇਨਤੀ ਕੀਤੀ ਕਿ ਜਦੋਂ ਪਹਿਲੇ ਸਮੇਂ ਦੇਖੋ ਜੀ ਕੁੰਭੇ ਮਾਸ਼ਕੀ ਦੇ ਘਰ ਰਾਤ ਕੱਟੀ ਸੀ ਨਾ, ਉੱਥੇ ਵੀ ਬੇਨਤੀ ਕੀਤੀ ਸੀ, ਆਪਸ ਦੇ ਵਿੱਚ ਕਰਦੇ ਸੀ ਬੇਨਤੀਆਂ ਕਿ ਦਾਦੀ ਜੀ ਸਾਡੇ ਗੁਰੂ ਪਿਤਾ ਕਿੱਥੇ ਨੇ, ਸਾਡੇ ਵੱਡੇ ਵੀਰੇ ਕਿੱਥੇ ਨੇ, ਤੇ ਸਾਡੇ ਦੇਖੋ ਜੀ ਸਿੱਖ ਜਿਹੜੇ ਸਿਪਾਹੀ ਉਹ ਕਿੱਥੇ ਗਏ। दादी से बोले हमारे सिपाही किधर गए, दरिया पर छोड़कर हमारे राही किधर गए। दादी नूं गल कह रहे ने बाबा फतेह सिंह जी कि साडे सिपाही कित्थे ने, साडे गुरु पिता कित्थे ने, साडे इत्थों तक वड्डे भराता जी कित्थे ने। दादी जी देखो बोलते ने, कहन लगे पुत्रो पता नहीं हुण देखो वो कित्थे अपना जीवन बतीत कर रहे हैं। ਤੇ ਗੱਲਾਂ ਨਾਲ ਵੀ ਕਹਿ ਰਹੇ ਨੇ ਕਿ ਦੇਖੋ ਜਦੋਂ ਆ ਕੇ ਸਾਨੂੰ ਬੁਲਾਉਣਗੇ ਨਾ, ਅਸੀਂ ਉਹਨਾਂ ਦੇ ਨਾਲ ਬੋਲਣਾ ਨਹੀਂ ਹੈ, ਹਮ ਉਨਕੇ ਮਾਨਨੇ ਸੇ ਮਾਨੇਂਗੇ ਨਹੀਂ, ਹਮ ਰੂਠ ਜਾਏਂਗੇ। ਲਿਖਾਰੀ ਦੀਆਂ ਸਤਰਾਂ ਕਹਿੰਦੀਆਂ ਨੇ।
ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਬਾਬਾ ਫਤਿਹ ਸਿੰਘ ਜੀ ਨੂੰ ਕਿ ਜੇ ਗੁਰੂ ਪਿਤਾ ਜੀ ਆ ਕੇ ਬੁਲਾਉਣਗੇ ਤੇ ਫਿਰ ਵੀ ਨਾ ਬੋਲਾਂਗੇ। ਬਾਬਾ ਫਤਿਹ ਸਿੰਘ ਜੀ ਕਹਿੰਦੇ ਐ ਵੀਰ ਜੀ ਜੇ ਆਣ ਕੇ ਬੁਲਾਉਣਗੇ ਨਾ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਗੁਰੂ ਪਿਤਾ ਜੀ ਅੱਗੇ ਤੋਂ ਸਾਨੂੰ ਵੱਖ ਕਿਤੇ ਛੱਡ ਕੇ ਨਾ ਜਾਇਓ, ਸਾਡਾ ਚਿੱਤ ਨਹੀਂ ਲੱਗਦਾ ਤੁਹਾਡੇ ਤੋਂ ਬਿਨਾਂ। ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਪੁੱਤਰੋ ਤੁਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੋਦ ਵਿੱਚ ਜਾ ਕੇ ਆਪਣੇ ਵੀਰਿਆਂ ਨੂੰ ਮਿਲੋਗੇ। ਦੇਖੋ ਕਿੰਨੀ ਇੱਥੋਂ ਤੱਕ ਦਲੇਰੀ ਦੇ ਨਾਲੇ ਬਚਨ ਕਹਿ ਰਹੇ ਨੇ ਮਾਤਾ ਗੁਜਰ ਕੌਰ ਜੀ ਆਪਣੀ ਹਿੰਮਤ ਨੂੰ ਕਾਇਮ ਕਰਕੇ। ਤੇ ਉੱਥੇ ਦੇਖੋ ਇਹ ਬਚਨ ਨੇ ਜਦੋਂ ਆਪਸ ਵਿੱਚ ਸਾਂਝੇ ਕਰ ਰਹੇ ਨੇ। ਅੰਮ੍ਰਿਤ ਵੇਲਾ ਹੋਇਆ, ਪਹਿਲਾ ਪੇਸ਼ੀ ਦਾ ਦਿਨ ਜਿਹੜਾ ਸੀ। ਹੁਣ ਕਹਿੰਦੇ ਨੇ ਕਿ ਜਦੋਂ 11 ਪੋਹ ਦਾ ਦਿਨ ਚੜ੍ਹਿਆ ਨਾ ਉਦੋਂ ਦੇਖੋ ਜੀ ਦਾਦੀ ਨੂੰ ਕਹਿ ਰਹੇ ਨੇ ਕਿ ਦਾਦੀ ਜੀ ਤੁਸੀਂ ਇੱਥੋਂ ਤੱਕ ਇੰਨਾ ਪਿਆਰ ਦਿੱਤਾ, ਅਸੀਂ ਇਹਨਾਂ ਤੋਂ ਜ਼ਾਲਮਾਂ ਤੋਂ ਡਰਦੇ ਨਹੀਂ। ਬਾਬਾ ਫਤਿਹ ਸਿੰਘ ਛੋਟੀ ਜੀ ਆਜੂ ਹੈ ਤੇ ਆਪਣੀ ਜੀਭਾ ਤੋਂ ਕਿੰਨੀਆਂ ਵੱਡੀਆਂ ਗੱਲਾਂ ਕਰ ਰਹੇ ਨੇ। ਉਧਰੋਂ ਵਜ਼ੀਰ ਖਾਨ ਨੇ ਦੇਖੋ ਜੀ ਅੱਕੇ ਸੜੇ ਨੇ ਦੇਖੋ ਆਪਣੇ ਪਠਾਨ ਭੇਜੇ, ਕਹਿਣ ਲੱਗਾ ਅਸੀਂ ਤਾਂ ਇੱਥੋਂ ਤੱਕ ਅੱਗੇ ਬੜੇ ਅੱਕੇ ਪਏ ਆ, ਤੁਸੀਂ ਉਹਨਾਂ ਲਾਲਾਂ ਨੂੰ ਲੈ ਕੇ ਆਓ, ਅਸੀਂ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾ ਦੇਵਾਂਗੇ। ਕਿਉਂਕਿ ਇਹ ਗੱਲ ਸੋਚਦਾ ਸੀ ਵਜ਼ੀਰ ਖਾਨ, ਉਹਦੇ ਮਨ ਵਿੱਚ ਇਹ ਗੱਲ ਸੀ ਕਿ ਦੇਖੋ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਆਪਣੇ ਇੱਥੋਂ ਤੱਕ ਕਵਰ ਅੰਡਰ ਕਰ ਲਿਆ ਇਹਨਾਂ ਨੂੰ। ਕਿਤੇ ਨਾ ਕਿਤੇ ਦੇਖੋ ਜੀ ਬਜ਼ੁਰਗ ਮਾਤਾ ਨੂੰ ਵੇਖ ਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਉਣਗੇ ਨਾ। ਅਸੀਂ ਤਾਂ ਦੇਖੋ ਇਹ ਸ਼ਬਦ ਵਰਤ ਰਹੇ ਨਾ, ਪਤਾ ਨਹੀਂ ਉਹਨੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਕਿਹੋ ਜਿਹੇ ਬਚਨ ਬੋਲੇ ਸੀ। ਨਵਾਬ ਵਜ਼ੀਰ ਖਾਨ ਨੇ ਪਤਾ ਨਹੀਂ ਕਿਸ ਤਰ੍ਹਾਂ ਦੇ ਬਚਨ ਜਿਹੜੇ ਭੱਦੇ ਸ਼ਬਦ ਵਰਤੇ। ਕਹਿਣ ਲੱਗਾ ਦੇਖੋ ਆਪਣੇ ਛੋਟੇ ਜਿਹੇ ਲਾਲਾਂ ਨੂੰ ਟੁਕੜਿਆਂ ਨੂੰ ਵੇਖ ਕੇ ਇੱਥੋਂ ਤੱਕ ਮਮਤਾ ਇੰਨੀ ਕੋ ਜਾਗਦੀ ਹੈ, ਜ਼ਰੂਰ ਆਵੇਗਾ। ਕਹਿਣ ਲੱਗੇ ਦੇਖੋ ਉਹ ਗੁਰੂ ਪਿਤਾ ਐਸੇ ਸੀ ਜਿਨ੍ਹਾਂ ਨੇ ਬਚਨ ਕਹਿ ਕੇ ਤੋਰਿਆ ਸੀ ਅੱਖਾਂ ਸਾਹਮਣੇ, ਪੁੱਤਰੋ ਮੇਰੇ ਤੁਸੀਂ ਸ਼ਹੀਦ ਹੋਣਾ। ਉਸ ਗੁਰੂ ਨੂੰ ਯਾਦ ਕਰ ਰਹੇ। ਕਹਿਣ ਲੱਗੇ ਪਹਿਲਾ ਦਿਨ ਪੇਸ਼ੀ ਦਾ ਤੇ ਉਹ ਜ਼ਾਲਮ ਦੇਖੋ ਜੀ ਠੰਡੇ ਬੁਰਜ ਵਿੱਚ ਆਏ ਨੇ। ਬਜ਼ੁਰਗ ਮਾਤਾ ਜੀ ਨੂੰ ਕਹਿਣ ਲੱਗੇ ਆਪਣੇ ਦੋਵਾਂ ਲਾਲਾਂ ਨੂੰ ਤੁਸੀਂ ਸਾਡੇ ਨਾਲ ਭੇਜੋ। ਉੱਥੇ ਦੇਖੋ ਕੱਲਿਆਂ ਜਾਣ ਦਾ ਮੇਨ ਧੁਰਾ ਕੀ ਸੀ। ਜੇ ਦਾਦੀ ਮਾਤਾ ਨਾਲ ਜਾਂਦੀ ਵਜ਼ੀਰ ਖਾਨ ਇਹ ਗੱਲ ਸੋਚਦਾ ਸੀ ਕਿ ਕਿਤੇ ਨਾ ਇਹ ਨਾ ਹੋਵੇ ਦਾਦੀ ਦੇ ਹੌਸਲੇ ਦਿੱਤੇ ਕਿਤੇ ਬੁਲੰਦ ਨਾ ਹੋ ਜਾਣ, ਲਾਗੇ ਕਿਤੇ ਇੱਥੋਂ ਤੱਕ ਡੋਲਣ ਨਾ। ਜੇ ਇਕੱਲੇ ਹੋਣਗੇ ਬੱਚੇ ਇੱਥੋਂ ਤੱਕ ਡੋਲ ਜਾਂਦੇ ਨੇ, ਅਸੀਂ ਇਹਨਾਂ ਨੂੰ ਲਾਲਚ ਦੇਵਾਂਗੇ, ਡਰਾਵਾਂਗੇ, ਇਹਨਾਂ ਨੂੰ ਡੋਲ ਜਾਣਗੇ। ਪਰ ਦਾਦੀ ਦੇਖੋ ਜੀ ਠੰਡੇ ਬੁਰਜ ਦੇ ਵਿੱਚ ਬੈਠੇ ਨੇ। ਕਹਿਣ ਲੱਗੇ ਛੋਟੇ ਲਾਲਾਂ ਨੂੰ ਲੈ ਕੇ ਆਉਣਾ। ਦਾਦੀ ਮਾਤਾ ਪੁੱਛਦੀ ਬੱਚਿਆਂ ਦਾ ਕਸੂਰ ਕੀ ਹੈ। ਕਹਿਣ ਲੱਗੇ ਜ਼ਾਲਮ ਕੇ ਕਸੂਰ ਦਾ ਸਾਨੂੰ ਨਹੀਂ ਪਤਾ, ਅਸੀਂ ਹੁਕਮ ਦੇ ਬੱਝੇ ਆ ਮਾਤਾ ਜੀ, ਸਾਡੇ ਨਾਲ ਛੋਟੇ ਬੱਚਿਆਂ ਨੂੰ ਭੇਜੋ। ਹੁਣ ਦੇਖੋ ਮਾਤਾ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ ਹੈ। ਅਸੀਂ ਕਹਿੰਦੇ ਆ ਨਾ ਕਿ ਬਸਤਰ ਜਿਹੜੇ ਹੈ ਪੀਲੇ ਰੰਗ ਦੇ ਪਾਏ, ਨੀਲੇ ਰੰਗ ਦੇ ਚੋਲੇ। ਸ਼ਹੀਦਾਂ ਗੰਜ ਇੱਕ ਦੇਖੋ ਜੀ ਕਿਸੇ ਨੇ ਲਿਖਤ ਲਿਖੀ ਹੋਈ, ਉਹਦੇ ਵਿੱਚ ਇਹ ਬਚਨ ਆਉਂਦੇ ਨੇ ਕਿ ਨੀਲੇ ਰੰਗ ਦੇ ਜਿਹੜੇ ਚੋਲੇ ਹੈ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਤਨ ਤੇ ਮਾਤਾ ਗੁਜਰ ਕੌਰ ਜੀ ਨੇ ਪਾਏ ਹੈ। ਹੁਣ ਉੱਥੇ ਕੋਈ ਇਸ਼ਨਾਨ ਕਰਨ ਦਾ ਤੇ ਹੈ ਨਹੀਂ ਸੀ, ਇੱਥੋਂ ਤੱਕ ਪਾਣੀ ਨਾ ਕੋਈ ਜਲ। ਦੇਖੋ ਜੀ ਜੇ ਮਿਲਿਆ ਵੀ ਹੋਵੇ ਤੇ ਠੰਡੇ ਪਾਣੀ ਦੇ ਨਾਲ ਹੀ ਮੁੱਖਾਂ ਨੂੰ ਧੋਤਾ ਹੋਵੇਗਾ। ਉੱਥੇ ਕਿਹੜਾ ਇੱਥੋਂ ਤੱਕ ਗੀਜ਼ਰ ਹੋਵੇਗਾ, ਕੋਈ ਹੀਟਰ ਹੋਵੇਗਾ ਜਿਹਦੇ ਤੇ ਪਾਣੀ ਗਰਮ ਕੀਤਾ ਹੋਵੇ, ਕੁਝ ਨਹੀਂਗਾ। ਲਾਲਾਂ ਨੂੰ ਤਿਆਰ ਕੀਤਾ, ਨੀਲੇ ਚੋਲੇ ਪਾਏ ਤੇ ਜਦੋਂ ਦੇਖੋ ਪਠਾਣਾਂ ਦੇ ਨਾਲ ਤੁਰੇ ਨੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਉਹਨਾਂ ਜ਼ਾਲਮਾਂ ਨੇ ਤੁਰਦਿਆਂ ਤੁਰਦਿਆਂ ਇੱਥੋਂ ਤੱਕ ਗੱਲਾਂ ਦੇ ਵਿੱਚ ਇੰਨਾ ਉਲਝਾ ਲਿਆ ਕਿ ਸਾਡੇ ਇੱਥੋਂ ਤੱਕ ਬਾਦਸ਼ਾਹ ਦੇ ਸਾਹਮਣੇ ਝੁਕ ਜਾਇਓ ਜੀ। ਤੇ ਗੱਲਾਂ ਬੜੀਆਂ ਉੱਚੀਆਂ ਨੇ ਜੀ, ਸੁਰਤ ਬੜੀ ਉੱਚੀ ਹੈ ਛੋਟੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦੀ। ਕਹਿਣ ਲੱਗੇ ਅਸੀਂ ਕਿਉਂ ਝੁਕਾਂਗੇ। ਤੇ ਕਹਿੰਦੇ ਦੁਨਿਆਵੀ ਬਾਦਸ਼ਾਹ ਹੈ, ਕਹਿੰਦੇ ਕਿ ਸਾਨੂੰ ਇਹ ਗੱਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਿਖਾਈ ਹੈ ਕਿ ਗੁਰੂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਦੁਨੀਆ ਦੇ ਵਿੱਚ ਬਾਦਸ਼ਾਹ ਨੇ। ਹੁਣ ਦੇਖੋ ਇਹ ਹੈਰਾਨ ਹੋਏ ਪਠਾਨ, ਇੱਕ ਅੱਗੇ ਚੱਲ ਰਿਹਾ, ਇੱਕ ਮਗਰ ਖੱਬੇ ਸੱਜੇ ਚੱਲ ਰਹੇ ਨੇ, 4 ਜਾਣੇ ਨੇ, ਵਿਚਕਾਰ ਛੋਟੇ ਲਾਲ ਤੁਰੇ ਜਾ ਰਹੇ। ਇਹਨਾਂ ਦਾ ਇਰਾਦਾ ਸੀ ਇਹਨਾਂ ਨੂੰ ਡਰਾ ਦੇਵਾਂਗੇ, ਪਰ ਡਰਦੇ ਨਹੀਂ ਗਏ, ਗੁਰੂ ਦੇ ਲਾਲ ਤੁਰੇ ਜਾ ਰਹੇ। ਤੇ ਜਦੋਂ ਕਚਹਿਰੀ ਦੇ ਵਿੱਚ ਹੁਣ ਦੇਖੋ ਜੀ ਪਹੁੰਚਣਾ ਹੈ, ਇਹਨਾਂ ਜ਼ਾਲਮਾਂ ਨੇ ਕੀ ਕੀਤਾ ਕਿ ਅਸੀਂ ਸੂਬਾ ਸਰਹੰਦ ਨੂੰ ਖੁਸ਼ ਕਰਾਂਗੇ। ਇੱਕ ਤਾਂ ਗੇਟ ਵੱਡਾ ਹੁੰਦਾ ਹੈ ਨਾ, ਤੇ ਲਾਗੇ ਦੇਖੋ ਜੀ ਇਹ ਹਰ ਕਿਤੇ ਨਾ ਕਿਤੇ ਸਮਾਂ ਹੁੰਦਾ ਹੈ। ਕਿਉਂ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਕਈ ਇੱਥੋਂ ਤੱਕ ਜਿਹੜੇ ਪੁਰਾਤਨ ਪੁਰਾਣੇ ਘਰ ਬਣੇ ਹੋਏ ਨੇ ਨਾ, ਉਹਨਾਂ ਨੇ ਇੱਕ ਵੱਡਾ ਗੇਟ ਬਣਾਇਆ ਹੁੰਦਾ, ਛੋਟਾ ਗੇਟ ਵੀ ਹੁੰਦਾ।
ਕਹਿੰਦੇ ਕਿ ਦੇਖੋ ਜਦੋਂ ਕਚਹਿਰੀ ਦੇ ਅੰਦਰ ਪੇਸ਼ ਕੀਤਾ, ਵੱਡਾ ਗੇਟ ਇਹਨਾਂ ਬੰਦ ਕਰ ਦਿੱਤਾ ਤੇ ਛੋਟਾ ਜਿਹੜਾ ਹੈ ਨਾ ਉਹ ਖੋਲ ਦਿੱਤਾ ਕਿ ਅੱਗੇ ਪਹਿਲਾਂ ਆਪਣਾ ਸਿਰ ਨਿਵਾਉਣਗੇ ਤੇ ਸਾਰੇ ਇੱਥੋਂ ਤੱਕ ਅੰਦਰ ਵਿਓਤ ਬਣਾਈ ਕਿ ਸਾਰੇ ਦੇਖੋ ਜੀ ਹਾ 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 ਕਾਰ ਮਚਾ ਦੇਣਗੇ ਕਿ ਦੇਖੋ ਗੁਰੂ ਦੇ ਲਾਲ ਸੂਬਾ ਸਰਹੰਦ ਦੇ ਅੱਗੇ ਝੁਕ ਗਏ ਨੇ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ ਜੀ। ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਦੇਖੋ ਜੀ ਪੈਰਾਂ ਨੂੰ ਅੱਗੇ ਕੀਤਾ ਤੇ ਜਿਹੜਾ ਬੈਠਾ ਸੀ ਇੱਥੋਂ ਤੱਕ ਗੱਦੀ ਤੇ ਵਜ਼ੀਰ ਖਾਂ ਜਿਵੇਂ ਬੈਠਦਾ ਹੈ ਨਾ ਸਹੀ ਤਰੀਕੇ ਦੇ ਨਾਲ, ਆਪਣੀ ਵੱਖੀ ਇੱਕ ਸਿੱਧੀ ਜੀ ਕਰਕੇ ਤੇ ਥੱਲੇ ਨੂੰ ਲੰਮੇ ਜਿਵੇਂ ਬੰਦਾ ਪੈ ਜਾਂਦਾ ਹੈ ਨਾ, ਹੈਰਾਨ ਹੋ ਗਿਆ। ਹੈਰਾਨ ਹੋਇਆ ਕਿ ਪਹਿਲਾਂ ਇਹਨਾਂ ਨੇ ਸਾਡੇ ਅੱਗੇ ਪੈਰ ਕਰ ਦਿੱਤੇ ਨੇ, ਅਸੀਂ ਤਾਂ ਇਹਨਾਂ ਦਾ ਸੀਸ ਇੱਥੋਂ ਤੱਕ ਝੁਕਾਉਣਾ ਚਾਹੁੰਦੇ ਸੀ। ਫਿਰ ਦੇਖੋ ਆਪਣੇ ਮਸਤਕ ਜਿਹੜੇ ਸੀ ਉਹਨਾਂ ਨੇ ਸੀਸ ਜਿਹੜੇ ਸੀ ਫਿਰ ਵਿਖਾਏ ਕਚਹਿਰੀ ਦੇ ਅੰਦਰ, ਪਹਿਲਾਂ ਪੈਰ ਕੱਢੇ ਨੇ ਕਿਉਂਕਿ ਇਹ ਬੰਦੇ ਇੱਥੋਂ ਤੱਕ ਹੈ ਹੀ ਪੈਰਾਂ ਦੇ ਲਾਇਕ ਸੀ ਜੀ ਕਿ ਜਿਨ੍ਹਾਂ ਨੇ ਇੰਨਾ ਕਹਿਰ ਤੇ ਜ਼ੁਲਮ ਕਮਾਇਆ ਛੋਟੇ ਲਾਲਾਂ ਦੇ ਉੱਪਰ। ਹੁਣ ਦੇਖੋ ਜਦੋਂ ਅੱਗੇ ਪੈਰ ਵਧਾਏ ਤੇ ਪੈਰ ਦਿਸੇ ਨੇ, ਹੋਰ ਕੁਝ ਨਹੀਂ। ਤੇ ਅੰਦਰ ਆ ਕੇ ਇਹਨਾਂ ਨੇ ਗੱਜ ਕੇ ਫਤਿਹ ਜਿਹੜੀ ਬੁਲਾਈ, ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ ਬੁਲਾਈ ਹੈ ਤੇ ਗੱਦੀ ਤੇ ਬੈਠਾ ਉਹ ਵਜ਼ੀਰ ਖਾਂ ਕਹਿਣ ਲੱਗਾ ਕਿ ਇੱਥੇ ਦੇਖੋ ਜੀ ਫਤਿਹ ਨਹੀਂ ਬੁਲਾਈ ਜਾਂਦੀ, ਇੱਥੇ ਝੁਕ ਕੇ ਸਲਾਮ ਕੀਤੀ ਜਾਂਦੀ ਹੈ। ਕਹਿਣ ਲੱਗੇ ਸਾਡੇ ਗੁਰੂ ਪਿਤਾ ਨੇ ਸਾਨੂੰ ਸਿਖਾਇਆ ਹੈ ਕਿ ਕੋਈ ਵੀ ਸਿੱਖ ਜਿਹੜਾ ਦੂਜੇ ਸਿੱਖ ਨੂੰ ਮਿਲੇ ਤੇ ਫਤਿਹ ਦੀ ਸਾਂਝ ਪਾਵੇ। ਸਾਰੇ ਦੇਖੋ ਜੀ ਚੁੱਪ ਨੇ, ਕਹਿੰਦੇ ਕਿ ਸਲਾਮ ਇੱਥੇ ਕੀਤੀ ਜਾਂਦੀ ਸੀ, ਇਹ ਫਤਿਹ ਬੁਲਾ ਰਹੇ ਨੇ। ਤੇ ਹੁਣ ਦੇਖੋ ਇਹਨਾਂ ਨੂੰ ਡਰਾਇਆ ਜਾਣਾ ਹੈ, ਪਹਿਲੀ ਪੇਸ਼ੀ ਹੈ। ਲਾਲਚ ਕਿਹੜੇ ਕਿਹੜੇ ਦਿੱਤੇ ਜਾਣੇ ਨੇ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋ। ਪਹਿਲਾਂ ਬੋਲੇ ਇਸਲਾਮ ਧਰਮ ਕਬੂਲ ਕਰ ਲਵੋ ਤੇ ਗੁਰੂ ਦੇ ਬੱਚਿਆਂ ਨੇ ਗੱਲ ਕਹੀ, ਕਹਿੰਦੇ ਸਾਨੂੰ ਸਿੱਖ ਧਰਮ ਪਿਆਰਾ, ਅਸੀਂ ਇਸਲਾਮ ਦੇ ਵਿੱਚ ਕਿਉਂ ਆਈਏ, ਅਸੀਂ ਸਿੱਖ ਧਰਮ ਵਿੱਚ ਰਹਿ ਕੇ ਇੱਥੋਂ ਤੱਕ ਜੀਵਨ ਬਤੀਤ ਕਰਾਂਗੇ ਜਿੰਨਾ ਸਤਿਗੁਰੂ ਅਕਾਲ ਪੁਰਖ ਨੇ ਸਾਨੂੰ ਬਖਸ਼ਿਆ ਏ। ਤੇ ਫਿਰ ਅੱਗੋਂ ਕਹਿਣ ਲੱਗੇ ਤੁਹਾਨੂੰ ਅਸੀਂ ਇੱਥੋਂ ਤੱਕ ਮਹਿਲ ਦੇਵਾਂਗੇ, ਸੋਹਣੇ ਸੋਹਣੇ ਇੱਥੋਂ ਤੱਕ ਜ਼ਮੀਨਾਂ ਦੇਵਾਂਗੇ ਤੇ ਲਾਲਚ ਇਹ ਵੀ ਦੇ ਦਿੱਤਾ ਸੀ, ਕਹਿੰਦੇ ਜਿਹੜਾ ਆਨੰਦਪੁਰ ਤੁਹਾਡਾ ਇੱਥੋਂ ਤੱਕ ਅਸੀਂ ਲਿਆ ਹੋਇਆ ਔਰੰਗਜ਼ੇਬ ਦੇ ਨਾਲ ਅਸੀਂ ਮੁਲਾਕਾਤ ਕਰਕੇ ਤੁਹਾਡੇ ਆਨੰਦਪੁਰ ਸਾਹਿਬ ਨੂੰ ਫਿਰ ਸਵਰਗ ਬਣਾ ਕੇ ਤੁਹਾਨੂੰ ਦੇ ਦੇਵਾਂਗੇ। ਬੇਨਤੀ ਕਰ ਰਹੇ ਨੇ ਸਤਿਗੁਰੂ ਦੇ ਦੁਲਾਰੇ, ਕਹਿਣ ਲੱਗੇ ਪਹਿਲਾਂ ਝੂਠੀਆਂ ਕਸਮਾਂ ਖਾ ਕੇ ਦੇਖੋ ਤੁਸੀਂ ਮੁੱਕਰ ਗਏ ਤੇ ਅੱਜ ਕਿਹੋ ਜਿਹੀਆਂ ਬੇਨਤੀਆਂ ਕਰਦੇ ਪਏ ਜੀ। ਅਸੀਂ ਡੋਲਣ ਵਾਲੇ ਨਹੀਂ ਕਹਿੰਦੇ। ਲਾਗੇ ਸੁੱਚਾ ਆਨੰਦ ਖੜਾ ਹੈ ਜੀ ਤੇ ਕਾਜੀ ਵੀ ਹੈ, ਹੋਰ ਵੀ ਦੇਖੋ ਜਿੰਨੇ ਹਕੂਮਤ ਵਾਲੇ ਸਾਰੇ ਬੈਠੇ ਹੋਏ, ਕਿਉਂਕਿ ਜਿਨ੍ਹਾਂ ਨੇ ਘੇਰੇ ਪਾਏ ਸੀ ਨਾ ਉਹਨਾਂ ਦੇ ਵਿੱਚੋਂ ਸਾਰੇ ਉਹਨਾਂ ਦੇ ਮੋਹਤਬਾਰ ਆ ਕੇ ਜਿਹੜਾ ਕਚਹਿਰੀ ਦੇ ਵਿੱਚ ਬੈਠੇ। ਜਦੋਂ ਉੱਥੇ ਕਚਹਿਰੀ ਹੈ ਸਜੀ ਹੈ ਨਾ ਪੂਰੀ, ਬੈਠੇ ਨੇ ਆਪੋ ਆਪਣੇ ਪਲੰਘਾਂ ਦੇ ਉੱਪਰ, ਸਾਰੇ ਵੇਖ ਰਹੇ ਨੇ, ਕੋਈ ਕੁਝ ਨਹੀਂ ਬੋਲ ਰਿਹਾ। ਕਾਜੀ ਤੋਂ ਇਲਾਵਾ, ਸੁੱਚਾ ਆਨੰਦ ਤੋਂ ਇਲਾਵਾ, ਸੂਬਾ ਸਰਹੰਦ ਵਜ਼ੀਰ ਖਾਨ ਤੋਂ ਇਲਾਵਾ ਸਾਰੇ ਵੇਖ ਰਹੇ ਨੇ। ਪੁਰਾਣੇ ਸਮਿਆਂ ਦੇ ਵਿੱਚ ਨਾ ਜਿਵੇਂ ਖੇਡ ਕੀਤੀ ਜਾਂਦੀ ਸੀ, ਸਾਰੇ ਲੋਕ ਇਕੱਤਰਤ ਹੋ ਕੇ ਉਸ ਖੇਡ ਨੂੰ ਤਮਾਸ਼ੇ ਤੌਰ ਤੇ ਵੇਖਦੇ ਹੁੰਦੇ ਸੀ, ਅਗਲੇ ਦੀ ਭਾਵੇਂ ਜਾਨ ਹੀ ਚਲੀ ਜਾਵੇ। ਸਾਰੇ ਤਮਾਸ਼ਾ ਵੇਖ ਰਹੇ ਸੀ ਉਸ ਸਮੇਂ। ਕਈਆਂ ਦੇ ਅੰਦਰ ਭੈ ਵੀ ਸੀ ਕਿ ਛੋਟੇ ਲਾਲਾਂ ਤੇ ਇਹੋ ਜਿਹਾ ਅਤਿਆਚਾਰ ਕਰ ਰਹੇ ਨੇ, ਪਰ ਉਹ ਡਰ ਦੇ ਮਾਰੇ ਚੁੱਪ ਸੀ, ਉਹਨਾਂ ਚੁੱਪ ਧਾਰਨ ਕੀਤੀ ਹੋਈ ਸੀ। ਜੇ ਅਸੀਂ ਬੋਲੇ ਸਾਨੂੰ ਮੌਤ ਮਿਲ ਜਾਣੀ, ਮੌਤ ਤੋਂ ਇਲਾਵਾ ਕੁਝ ਨਹੀਂ ਮਿਲਣਾ, ਸਾਡੀਆਂ ਝੋਲੀਆਂ ਨਹੀਂ ਭਰਨੀਆਂ, ਮੌਤ ਮਿਲੇਗੀ ਸਾਨੂੰ। ਹੁਣ ਦੇਖੋ ਉੱਥੇ ਲਾਲਚ ਪਹਿਲੀ ਪੇਸ਼ੀ ਵਿੱਚ ਦਿੱਤੇ ਗਏ ਨੇ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋ, ਸਲਾਮ ਕਰੋ, ਫਤਿਹ ਦਾ ਇੱਥੋਂ ਤੱਕ ਜਿਹੜਾ ਹੈ ਨਾਰਾ ਤੁਸੀਂ ਸਾਨੂੰ ਦਿੱਤਾ ਇਹ ਬੰਦ ਕਰ ਦਿਓ, ਸਲਾਮ ਕਰਨੀ ਸਿੱਖ ਲਵੋ। ਉਹਨਾਂ ਅੱਗੋਂ ਇੱਕ ਬਚਨ ਕਹੇ ਕਿ ਅਸੀਂ ਇਸ ਤਰ੍ਹਾਂ ਦਾ ਇੱਥੋਂ ਤੱਕ ਜੀਵਨ ਬਤੀਤ ਨਹੀਂ ਕਰਾਂਗੇ। ਤੇ ਉਸ ਕਚਹਿਰੀ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਜਿਹੜਾ ਦੇਖੋ ਵਜ਼ੀਰ ਖਾਨ ਸੀ ਨਾ, ਉਹ ਜਦੋਂ ਵੀ ਧਰਮ ਦੇ ਵਿੱਚ ਪਰਿਵਰਤਨ ਕਰਾਉਂਦਾ ਸੀ ਨਾ ਅਗਲੇ ਕਿਸੇ ਬੰਦੇ ਨੂੰ ਕਿ ਇਸਲਾਮ ਦੇ ਵਿੱਚ ਆਉਣ ਵਾਸਤੇ, ਪਹਿਲੀ ਗੱਲ ਸੀ ਕਿ ਉਹਨਾਂ ਨੂੰ ਦੇਖੋ ਜੀ ਪਹਿਲਾਂ ਲਾਲਚ ਦਿੱਤੇ ਜਾਂਦੇ ਸੀ, ਫਿਰ ਇਨਾਮ ਤੇ ਤੀਜਾ ਡਰ ਜਿਹੜਾ ਦਿੱਤਾ ਜਾਂਦਾ ਸੀ ਕਿ ਡਰ ਦਾ, ਜੇ ਇੱਥੋਂ ਤੱਕ ਲਾਲਚ ਦੇ ਵਿੱਚ ਆਵੇ ਤੇ ਫਿਰ ਇਨਾਮ ਦੇਵਾਂਗੇ, ਜੇ ਨਾ ਇਸ ਵਸ ਚੱਲਿਆ ਤੇ ਫਿਰ ਇਹਨਾਂ ਨੂੰ ਮੌਤ ਦੇ ਘਾਟ ਕੋਈ ਡਰ ਦੇਵਾਂਗੇ ਨਾ, ਡਰ ਦੇ ਮਾਰੇ ਦੇਖੋ ਜੀ ਆ ਜਾਣਗੇ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਇਹ ਮਿੱਟੀ ਸਮਝਿਆ ਹੋਇਆ, ਮਿੱਟੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਸੀ ਪੜ੍ਹਦੇ ਨਾ, ਸਾਰੀਆਂ ਚੀਜ਼ਾਂ ਇੱਥੋਂ ਤੱਕ ਨਾਸਵੰਤ ਕਈਆਂ ਨੇ ਜਿਹੜੀਆਂ ਦਾ ਇੱਥੋਂ ਤੱਕ ਲਾਲਚ ਦੇ ਰਹੇ। ਤੇ ਸੁੱਚਾ ਆਨੰਦ ਲਾਗੇ ਖੜਾ ਕਹਿਣ ਲੱਗਾ ਕਿ ਪੁੱਤਰੋ ਤੁਸੀਂ ਇੱਥੋਂ ਤੱਕ ਆਪਣਾ ਜੀਵਨ ਬੜੇ ਵਧੀਆ ਤਰੀਕੇ ਦੇ ਨਾਲ ਬਤੀਤ ਕਰੋਗੇ। ਦੇਖੋ ਇਹ ਵਜ਼ੀਰ ਖਾਨ ਇਸ ਤਰ੍ਹਾਂ ਦਾ, ਮੈਂ ਵੀ ਇੱਥੋਂ ਤੱਕ ਹਿੰਦੂ ਹਾਂ, ਪਰ ਦੇਖੋ ਮੈਂ ਮੁਸਲਮਾਨ ਧਰਮ ਨੂੰ
ਪਰਿਵਰਤਨ ਜਿਹੜਾ ਕਰ ਲਿਆ, ਇਸ ਧਰਮ ਦੇ ਵਿੱਚ ਆ ਗਿਆ, ਤੇ ਮੈਨੂੰ ਦੇਖੋ ਇਹਨੇ ਆਪਣੇ ਦਰਬਾਰ ਦੇ ਵਿੱਚ ਜਿਹੜੀ ਨੌਕਰੀ ਦੇ ਦਿੱਤੀ ਹੈ। ਤੇ ਉਧਰੋਂ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਤੂੰ ਵੀ ਚੇਤੇ ਕਰ ਲੈ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਨਾ, ਤੇ ਸਤਿਗੁਰੂ ਦੇ ਪਿਤਾ ਇੱਥੋਂ ਤੱਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਸਾਡੇ ਦਾਦਾ ਜੀ ਨੇ ਆਪਣੇ ਇੱਥੋਂ ਤੱਕ ਸਰੀਰ ਦਾ ਇੱਥੋਂ ਤੱਕ ਜਿਹੜਾ ਕੱਲਾ ਕੱਲਾ ਖੂਨ ਦਾ ਤੁਕਬਾ ਸੀ ਤੁਹਾਡੇ ਧਰਮ ਦੀ ਖਾਤਰ ਇੱਥੋਂ ਤੱਕ ਵਾਰ ਦਿੱਤਾ। ਆਪਣੀਆਂ ਆਂਦਰਾਂ ਦੇਖੋ ਜੀ ਤੁਹਾਡੇ ਧਰਮ ਨੂੰ ਐ ਪੇਸ਼ ਕਰ ਦਿੱਤੀਆਂ, ਤੇ ਅਸੀਂ ਇੱਥੋਂ ਤੱਕ ਆਪਣੇ ਦਾਦਾ ਜੀ ਦੇ ਕਿਤੇ ਧੜ ਨੂੰ ਨਹੀਂ ਦੇਖਿਆ, ਸੀਸ ਨੂੰ ਨਹੀਂ ਦੇਖਿਆ, ਪਰ ਇਹ ਕਿਤੇ ਜਜ਼ਬਾ ਸੀ। ਸਾਡੇ ਪਿਤਾ ਨੇ ਬਸ ਕੇਵਲ ਸੀਸ ਤੱਕਿਆ ਸੀ, ਉਹਨਾਂ ਨੇ ਦੇਖੋ ਧੜ ਦਾ ਸੰਸਕਾਰ ਹੁੰਦਾ ਨਹੀਂ ਸੀ ਦੇਖਿਆ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੁੱਚਾਨੰਦ ਭੁੱਲ ਗਿਆ, ਤੁਹਾਡੇ ਧਰਮ ਦੀ ਖਾਤਰ ਹੀ ਤਾਂ ਕੁਰਬਾਨੀ ਦਿੱਤੀ ਸੀ ਨਾ ਸਾਡੇ ਦਾਦਾ ਪਿਤਾ ਜੀ ਨੇ। ਅੱਗੋਂ ਚੁੱਪ ਹੋ ਗਿਆ, ਕਹਿਣ ਲੱਗਾ ਬੱਚਿਓ ਤੁਸੀਂ ਗੱਲਾਂ ਬੜੀਆਂ ਇੱਥੋਂ ਤੱਕ ਬੇਟੁਕੀਆਂ ਕਰ ਰਹੇ ਜੀ, ਤੁਹਾਨੂੰ ਹਲੇ ਸਮਝ ਨਹੀਂ। ਕਹਿੰਦੇ ਸਮਝ ਸਾਨੂੰ ਹੈਗੀ ਹੈ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਆ, ਜਿੰਨਾ ਮਰਜ਼ੀ ਲਾਲਚ ਦੇ ਦਿਓ ਅਸੀਂ ਤਾਂ ਇੱਥੋਂ ਤੱਕ ਫਤਿਹ ਦੀ ਸਾਂਝ ਵੀ ਪਾਵਾਂਗੇ, ਜਿੰਨਾ ਮਰਜ਼ੀ ਲਾਲਚ ਦਿਓ ਅਸੀਂ ਤੁਹਾਡੇ ਲਾਲਚਾਂ ਵਿੱਚ ਆਉਣ ਵਾਲੇ ਨਹੀਂ ਗੇ। ਹੁਣ ਦੇਖੋ ਜੀ ਵਜ਼ੀਰ ਖਾਂ ਹੈਰਾਨ ਹੁੰਦਾ ਹੈ, ਤੇ ਇਹ ਸਮਾਂ ਦਿੱਤਾ ਗਿਆ ਕਿ ਕੱਲ ਨੂੰ ਤੁਸੀਂ ਸਲਾਹ ਕਰਕੇ ਆਇਓ ਜੀ, ਤੁਹਾਨੂੰ ਸਮਾਂ ਦੇ ਦਿੰਦੇ। ਸਿਪਾਹੀ ਫਿਰ ਦੇਖੋ ਜੀ ਛੱਡਣ ਵਾਸਤੇ ਮਾਤਾ ਜੀ ਦੇ ਕੋਲ ਗਏ। ਜਦੋਂ ਪਹਿਲੀ ਪੇਸ਼ੀ ਵਾਲਾ ਦਿਨ ਸੀ 11 ਪੋਹ, ਦੇਖੋ ਰਾਤ ਨੂੰ ਮਾਤ ਗੁਜਰ ਜੀ ਨੇ ਇਹ ਗੱਲ ਪੁੱਛੀ ਆਪਣੇ ਲਾਲਾ ਨੂੰ, ਪੁੱਤਰ ਜੀ ਕੀ ਭਾਣਾ ਵਾਪਰਿਆ ਸੀ ਉੱਥੇ? ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ ਦਾਦੀ ਅੰਮਾ ਜਿਹੜੀ ਸਿੱਖਿਆ ਤੁਸੀਂ ਦਿੱਤੀ ਸੀ ਨਾ ਅਸੀਂ ਆਪਣੇ ਜੀਵਨ ਦੇ ਵਿੱਚ ਉਹ ਕਮਾਈ ਹੈ। ਗੰਗੂ ਕਹਿੰਦਾ ਸੀ ਕਿ ਧਰਮ ਨੂੰ ਇੱਥੋਂ ਤੱਕ ਛੱਡ ਕੇ ਸਾਡੇ ਧਰਮ ਵਿੱਚ ਆ ਜਾਵੋ, ਉਹ ਹੋ ਕੇ ਮਾਤਾ ਜੀ ਦੇਖੋ ਜੀ ਆਪ ਧਰਮ ਪਰਿਵਰਤਨ ਕੀਤਾ ਤੇ ਆਪਣਾ ਕਹਿ ਰਿਹਾ ਦਾਦੀ ਜੀ ਸਾਡੇ ਪ੍ਰਾਣ ਨਿਕਲ ਜਾਣਗੇ ਤੁਹਾਡੀ ਸਿੱਖਿਆ ਅਨੁਸਾਰ, ਅਸੀਂ ਇੱਥੋਂ ਤੱਕ ਧਰਮ ਇਸਲਾਮ ਨੂੰ ਕਬੂਲਣਾ ਨਹੀਂਗਾ। ਹੁਣ ਦੇਖੋ ਮਾਤਾ ਨੇ ਘੁੱਟ ਕੇ ਛਾਤੀ ਨਾਲ ਲਾਇਆ। ਫਿਰ ਸਵੇਰ ਚੜੀ, ਦੂਸਰੇ ਦਿਨ ਦੀ ਪੇਸ਼ੀ ਹੈ ਜੀ, ਅੱਜ ਦੂਸਰੇ ਦਿਨ ਦੀ ਪੇਸ਼ੀ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲਾ ਨੂੰ ਫਿਰ ਦੇਖੋ ਸਵੇਰ ਦੇ ਸਮੇਂ ਸਿਪਾਹੀ ਲੈਣ ਆ ਗਏ, ਤੇ ਜਦੋਂ ਲੈ ਕੇ ਗਏ ਨੇ ਫਿਰ ਦੇਖੋ ਕਚਹਿਰੀ ਦੇ ਵਿੱਚ, ਤੇ ਉੱਥੇ ਅੱਜ ਦੂਸਰੇ ਦਿਨ ਮਲੇਰ ਕੋਟਲੇ ਦਾ ਰਾਜਾ ਸ਼ੇਰ ਮੁਹੰਮਦ ਖਾਂ ਵੀ ਬੈਠਾ ਹੋਇਆ ਹੈ, ਜਿਹਦਾ ਦੇਖੋ ਜੀ ਚਮਕੌਰ ਦੀ ਜੰਗ ਦੇ ਵਿੱਚ ਨਾਹਰ ਖਾਂ ਉਹਦਾ ਭਰਾ ਮਾਰਿਆ ਸੀ। ਇਹਨਾਂ ਦੇ ਭਰਾਵਾਂ ਨੂੰ ਮਾਰਿਆ ਸੀ ਸਤਿਗੁਰੂ ਜੀ ਨੇ, ਗੁਰੂ ਪਿਤਾ ਜੀ ਨੇ, ਕਿਉਂਕਿ ਚੜ ਕੇ ਆਉਂਦੇ ਸੀ, ਸਤਿਗੁਰੂ ਨੇ ਛੱਡਣਾ ਥੋੜੀ ਨਾ ਸੀ। ਤੇ ਇਹਨਾਂ ਨੇ ਵਿਉਂਤ ਬਣਾਈ। ਕਾਜੀ ਕਹਿੰਦਾ ਹੈ ਕਿ ਤੁਹਾਡੇ ਸਿਰੇ ਇੱਥੋਂ ਤੱਕ ਪਾਪ ਨਾ ਪੈ ਜਾਵੇ। ਕਾਜੀ ਜਿਹੜਾ ਹੁੰਦਾ ਧਰਮੀ ਹੁੰਦਾ ਹੈ ਥੋੜਾ ਜਿਹਾ। ਕਾਜੀ ਕਹਿੰਦਾ ਕਿ ਦੇਖੋ ਤੁਹਾਡੇ ਸਿਰ ਪਾਪ ਨਾ ਲੱਗ ਜਾਵੇ। ਤੇ ਇਹ ਜਦੋਂ ਆਪਣੇ ਇੱਥੋਂ ਤੱਕ ਮਹਿਲਾਂ ਵਿੱਚ ਗਏ, ਇਹਨਾਂ ਨੇ ਵੀ ਸਲਾਹ ਵਿਉਂਤ ਬਣਾਈ। ਸੁੱਚਾਨੰਦ ਕਹਿਣ ਲੱਗਾ ਕਿ ਕੋਈ ਵਿਉਂਤ ਬਣਾ ਲੈਨੇ। ਸੁੱਚਾਨੰਦ ਨੇ ਗੱਲ ਦੱਸੀ, ਕਹਿਣ ਲੱਗਾ ਵਜ਼ੀਰ ਖਾਂ ਨੂੰ ਮਲੇਰ ਕੋਟਲੇ ਨੂੰ ਸਵੇਰ ਦੀ ਪੇਸ਼ੀ ਵਿੱਚ ਬੁਲਾਉਣੇ ਆਪਾਂ, ਉਹਦੇ ਭਰਾ ਨੂੰ ਮਾਰਿਆ ਸੀ ਉਹਨਾਂ ਦੇ ਪਿਤਾ ਨੇ, ਆਪਾਂ ਸਾਰੀ ਇੱਥੋਂ ਤੱਕ ਜਿੰਨੀ ਵੀ ਬੱਚਿਆਂ ਦੀ ਮੌਤ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਾ ਦੇਵਾਂਗੇ। ਕਾਜੀ ਵੀ ਦੇਖੋ ਜੀ ਕਹਿੰਦਾ ਕਿ ਚਲੋ ਇਹ ਗੱਲ ਨੂੰ ਪ੍ਰਵਾਨ ਕਰ ਲੈਂਦੇ ਹਾਂ। ਅਗਲੇ ਦਿਨ ਦੂਸਰੀ ਜਦੋਂ ਪੇਸ਼ੀ ਹੋਈ ਨਾ, ਅੱਜ ਦੇ ਦਿਨ ਗੁਰੂ ਦੇ ਲਾਲਾ ਨੇ ਦੇਖੋ ਜੀ ਆ ਕੇ ਫਿਰ ਗੱਜ ਕੇ ਫਤਿਹ ਬੁਲਾਈ, ਤੇ ਸਾਰੇ ਇੱਥੋਂ ਤੱਕ ਚੁੱਪ ਨੇ। ਅੱਧਿਆਂ ਦੇ ਮੂੰਹ ਦੇ ਵਿੱਚੋਂ ਫਤਿਹ ਦਾ ਜਵਾਬ ਵੀ ਨਿਕਲ ਰਿਹਾ ਹੈ, ਤੇ ਸਾਰੇ ਸੋਚੀ ਪਏ ਕਿ ਦੇਖੋ ਇੱਥੇ ਤਾਂ ਸਲਾਮ ਹੁੰਦੀ ਸੀ, ਇਹ ਤਾਂ ਗੁਰੂ ਦੇ ਲਾਲਾ ਨੇ ਸਾਰੀਆਂ ਇੱਥੋਂ ਤੱਕ ਇਹਨਾਂ ਦੀਆਂ ਚੀਜ਼ਾਂ ਹੀ ਬਦਲ ਕੇ ਰੱਖ ਦਿੱਤੀਆਂ, ਜਿਹੜੀਆਂ ਇਹਨਾਂ ਦੇ ਕਾਨੂੰਨ ਚੱਲਦੇ ਸੀ ਸਾਰੇ ਕਾਨੂੰਨ ਬਦਲ ਕੇ ਰੱਖ ਦਿੱਤੇ ਨੇ ਇਹਨਾਂ ਦੇ। ਤੇ ਉੱਥੇ ਫਿਰ ਦੇਖੋ ਜੀ ਵਜ਼ੀਰ ਖਾਂ ਨੇ ਫਿਰ ਪੁੱਛਿਆ ਕਿ ਕੀ ਸੋਚਿਆ ਅੱਜ ਦੀ ਇੱਥੋਂ ਤੱਕ ਪੇਸ਼ੀ ਵਿੱਚ, ਤੁਹਾਡੀ ਕੀ ਰਾਏ ਹੈ ਬੱਚਿਓ? ਤੇ ਛੋਟੇ ਲਾਲਾ ਨੇ ਇੱਕ ਗੱਲ ਕਹੀ, ਕਹਿਣ ਲੱਗੇ ਅਸੀਂ ਆਪਣੇ ਧਰਮ ਨੂੰ ਪਿਆਰ ਕਰਦੇ ਹਾਂ, ਕੁਰਬਾਨ ਹੋਣਾ ਜਾਣਦੇ ਸੀ। ਕੋਈ ਧਰਮ ਦੇ ਵਿੱਚ ਬੰਦਾ ਇੱਥੋਂ ਤੱਕ ਸੱਚਾ ਹੋਵੇ, ਇਹਦੇ ਲਈ ਅਸੀਂ ਪ੍ਰਾਣ ਵੀ ਦੇ ਦੇਵਾਂਗੇ। ਸਾਡੇ ਦਾਦਾ ਜੀ ਨੇ ਸਿਖਾਇਆ ਸਾਨੂੰ, ਸਾਡੀ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੱਸਿਆ ਕਰਦੇ ਸੀ। ਤੇ ਕਹਿੰਦੇ ਨੇ ਸੁੱਚਾਨੰਦ ਨੂੰ ਕਿ ਹੁਣ ਇਹਨਾਂ ਨੂੰ ਤੁਸੀਂ ਬਕਾਓ ਥੋੜਾ ਜਿਹਾ। ਸੁੱਚਾਨੰਦ ਬੋਲਿਆ, ਕਹਿਣ ਲੱਗਾ ਤੁਹਾਨੂੰ ਸੋਹਣੇ ਸੋਹਣੇ ਮਹਿਲ ਦੇਵਾਂਗੇ, ਸੋਹਣੇ ਸੋਹਣੇ ਡੋਲੇ ਤੋਰ ਦੇਵਾਂਗੇ, ਤੁਸੀਂ ਜਵਾਨ ਹੋਵੋਗੇ। ਬੰਦਾ ਡੋਲ ਜਾਂਦਾ ਏ। ਅੱਜ ਦੇ ਸਮੇਂ ਦੇ ਵਿੱਚ ਦੇਖਿਆ ਏ ਕਿ ਕਿਤੇ ਨਾ ਕਿਤੇ ਨੌਜਵਾਨ ਹੋਵੇ ਤੇ ਕਹਿੰਦਾ ਹੈ ਕਿ ਕਿਤੇ ਨਾ ਕਿਤੇ ਧਨਾਨ ਪਰਿਵਾਰ ਮਿਲ ਜਾਵੇ, ਤੇ ਉਸ ਇੱਥੋਂ ਤੱਕ ਪਰਿਵਾਰ ਦੇ ਨਾਲ ਆਪਣਾ
ਸੰਬੰਧ ਜੋੜ ਲੈਂਦੇ ਨੇ ਦੋ ਪਰਿਵਾਰ। ਹਰ ਕੋਈ ਕਹਿੰਦਾ ਹੈ ਜੀ ਸਾਡਾ ਬੱਚਾ ਫ੍ਰੀ ਰਹਿ ਕੇ ਦੇਖੋ ਜੀ ਇੰਨਾ ਪੈਸਾ ਜਿਹੜਾ ਇਹ ਖਾਵੇਗਾ, ਕਿਤੇ ਨਾ ਕਿਤੇ ਐਸ਼ ਪ੍ਰਸਤੀ ਆਨੰਦ ਲਵੇਗਾ, ਇਹ ਗੱਲ ਕਹਿ ਦਿੰਦੇ ਨੇ ਆਮ ਤੌਰ ਤੇ। ਉੱਥੇ ਸੁੱਚਾਨੰਦ ਨੇ ਕਿਹਾ ਕਿ ਤੁਹਾਨੂੰ ਇੱਥੋਂ ਤੱਕ ਮਹਿੰਗੇ ਇੱਥੋਂ ਤੱਕ ਥਾਵਾਂ ਦਿੱਤੀਆਂ ਜਾਣਗੀਆਂ ਤੇ ਮਹਿੰਗੇ ਮਹਿਲ ਦਿੱਤੇ ਜਾਣਗੇ, ਡੋਲੇ ਤੋਰੇ ਜਾਣਗੇ, ਤੁਸੀਂ ਜਵਾਨ ਹੋਵੋਗੇ ਤੇ ਤੁਹਾਨੂੰ ਆਨੰਦਪੁਰ ਵੀ ਤੁਹਾਡਾ ਵਾਪਸ ਦਿੱਤਾ ਜਾਵੇਗਾ। ਫਿਰ ਲਾਲਚ ਦੇ ਦਿੱਤਾ ਹੈ। ਤੇ ਅੱਗੋਂ ਕਹਿਣ ਲੱਗੇ ਸੁੱਚਾਨੰਦ ਤੂੰ ਇੱਕ ਗੱਲ ਯਾਦ ਰੱਖੀ, ਜਿਹੜੀ ਤੈਨੂੰ ਅਸੀਂ ਗੱਲ ਸਮਝਾਈ ਸੀ ਨਾ ਉਹ ਤੂੰ ਗੱਲ ਭੁਲਾ ਦਿੱਤੀ ਫਿਰ ਲੱਗਦਾ। ਅੱਗੋਂ ਸੁੱਚਾਨੰਦ ਨੇ ਕਿਹਾ ਹੈ ਕਿ ਸੱਪ ਦੇ ਬੱਚੇ ਦੇਖੋ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨਗੇ। ਵਜ਼ੀਰ ਖਾਨ ਇੱਥੋਂ ਤੱਕ ਜਿਹੜੀ ਗੱਲ ਕੀਤੀ, ਕਹਿਣ ਲੱਗੇ ਕਿ ਪੁੱਤਰੋ ਜੇ ਅਸੀਂ ਤੁਹਾਨੂੰ ਛੱਡ ਵੀ ਦੇਵਾਂਗੇ ਕੀ ਕਰੋਗੇ? ਕਹਿੰਦੇ ਕਿ ਬਾਬਾ ਫਤਿਹ ਸਿੰਘ ਜੀ ਫਿਰ ਬੋਲੇ, ਕਹਿਣ ਲੱਗੇ ਅਸੀਂ ਵੱਡੇ ਹੋਵਾਂਗੇ, ਗੁਰੂ ਪਿਤਾ ਵਾਂਗੂ ਫੌਜ ਇਕੱਠੀ ਕਰਾਂਗੇ, ਤੁਹਾਡੇ ਜ਼ਾਲਮਾਂ ਦੇ ਆਹੂ ਲਾਵਾਂਗੇ ਫਿਰ ਅਸੀਂ। ਸੁੱਚਾਨੰਦ ਕਹਿੰਦਾ ਹੈ ਕਿ ਇਹ ਸੱਪ ਦੇ ਬੱਚੇ ਸੱਪ ਬਣਦੇ ਨੇ, ਆਪਾਂ ਇਹਨਾਂ ਨੂੰ ਦਬੋਚ ਦਈਏ। ਤੇ ਸੁੱਚਾਨੰਦ ਨੇ ਇਹ ਗੱਲ ਕਹਿ ਦਿੱਤੀ, ਕਹਿਣ ਲੱਗੇ ਮਲੇਰਕੋਟਲੇ ਰਾਜਾ ਨੂੰ ਕਿ ਇਹ ਦੇਖੋ ਜੀ ਇਹ ਉਹੀ ਬੱਚੇ ਨੇ, ਉਹਨਾਂ ਗੁਰੂ ਪਿਤਾ ਦੇ ਉਹੀ ਬੱਚੇ ਨੇ, ਗੋਬਿੰਦ ਸਿੰਘ ਜੀ ਦੇ ਨੇ ਬੱਚੇ, ਕਿ ਜਿਨ੍ਹਾਂ ਨੇ ਦੇਖੋ ਚਮਕੌਰ ਦੀ ਗੜੀ ਦੇ ਵਿੱਚ ਤੁਹਾਡਾ ਭਰਾ ਮਾਰਿਆ ਸੀ ਨਾਹਰ ਖਾਂ। ਜਦੋਂ ਪੌੜੀ ਲਾ ਕੇ ਚੜਿਆ ਸੀ ਨਾ ਤੇ ਐ ਵਿੰਨ ਕੇ ਰੱਖ ਦਿੱਤਾ ਸੀ ਨਾਹਰ ਖਾਂ ਨੂੰ, ਥੱਲੇ ਡੇਗ ਦਿੱਤਾ ਗੜੀ ਦੇ, ਪੌੜੀ ਸਮੇਤ ਥੱਲੇ ਡਿੱਗਾ। ਤੇ ਉੱਥੇ ਦੇਖੋ ਜੀ ਉਹ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਂ ਕਹਿ ਕੇ ਬਚਨ ਉੱਠ ਗਿਆ, ਕਹਿੰਦਾ ਹੈ ਕਿ ਦੇਖੋ ਮੈਂ ਮੁਸਲਮਾਨ ਜ਼ਰੂਰ ਹਾਂ ਪਰ ਮੈਂ ਬੱਚਿਆਂ ਤੇ ਅਤਿਆਚਾਰ ਨਹੀਂ ਕਰ ਸਕਦਾ। ਸੱਚਾ ਮੁਸਲਮਾਨ ਜਿਹੜਾ ਬੰਦਾ ਹੁੰਦਾ ਹੈ ਨਾ ਉਹ ਗੱਲ ਕਹਿ ਦਿੰਦਾ ਹੈ ਕਿ ਮੈਂ ਦੇਖੋ ਜੀ ਪੁਕਾਰ ਕਰਦਾ ਹੈ, ਜੇ ਉਸ ਮੁਹੰਮਦ ਸਾਹਿਬ ਨੂੰ ਮੈਂ ਚੇਤੇ ਕਰਦਾ, ਉਹਦੀ ਵਡਿਆਈ ਨੂੰ ਜੀਭਾਂ ਤੋਂ ਉਚਾਰਨ ਕਰਦੇ ਸੀ, ਜਿਵੇਂ ਅਸੀਂ ਮੂਲ ਮੰਤਰ ਪੜ੍ਹਦੇ ਮੁਸਲਮਾਨ ਵੀ ਉਚਾਰਦੇ ਨੇ, ਉਸੇ ਤਰ੍ਹਾਂ ਲਾ ਇਲਾ ਇਹ ਅੱਲਾ ਮੁਹੰਮਦ ਰਸੂਲ ਅੱਲਾਹੂ ਅਕਬਰ, ਇਹ ਦੇਖੋ ਜੀਭਾਂ ਤੋਂ ਉਚਾਰਦੇ ਨੇ। ਕਹਿੰਦੇ ਅਸੀਂ ਮੁਹੰਮਦ ਸਾਹਿਬ ਨੂੰ ਆਪਣਾ ਜੀਵਨ ਇੱਥੋਂ ਤੱਕ ਸਮਰਪਿਤ ਕੀਤਾ ਹੈ, ਅਸੀਂ ਬੱਚਿਆਂ ਤੋਂ ਬਦਲਾ ਨਹੀਂ ਲਵਾਂਗੇ, ਜੇ ਬਦਲਾ ਲਵਾਂਗਾ ਮੈਂ ਇੱਥੋਂ ਤੱਕ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਪਿਤਾ ਦੇ ਨਾਲ ਦੋ ਹੱਥ ਕਰਾਂਗਾ। ਤੇ ਉੱਥੇ ਦੇਖੋ ਜੀ ਇੱਕ ਲਿਖਾਰੀ ਗੱਲ ਕਹਿੰਦੇ ਨੇ, ਬਦਲਾ लेना ही होगा लेंगे इसके बाप से, खुदा महफूज रखे होते ऐसे पाप से। खुदा ਇਹੋ ਜਿਹੇ ਪਾਪ ਤੋਂ ਤੂੰ ਮੈਨੂੰ ਬਚਾ ਲਵੀਂ। ਤੇ ਦੇਖੋ ਜੀ ਉਹ ਕੁਰਸੀ ਛੱਡ ਕੇ ਨਾ ਉੱਠ ਜਾਂਦੇ ਨੇ। ਸ਼ੇਰ ਮੁਹੰਮਦ ਖਾਂ ਉੱਠ ਗਿਆ, ਕਹਿੰਦਾ ਮੈਂ ਇਹੋ ਜਿਹਾ ਪਾਪ ਨਹੀਂ ਕਰਾਂਗਾ। ਉਹ ਦੇਖੋ ਜੀ ਚਲੇ ਜਾਂਦੇ, ਕਹਿੰਦਾ ਅੱਲਾ ਮੈਨੂੰ ਬਚਾ ਕੇ ਰੱਖੀ ਇਹੋ ਜਿਹੇ ਪਾਪ ਤੋਂ। ਇਸਲਾਮ ਧਰਮ ਦੇ ਵਿੱਚ ਇਹ ਗੱਲ ਹੈ ਕਿ ਦੇਖੋ ਬੱਚਿਆਂ ਦੇ ਉੱਪਰ ਅਤਿਆਚਾਰ ਨਹੀਂ ਕੀਤਾ ਜਾਂਦਾ ਤੇ ਇਹ ਕਰ ਰਹੇ ਨੇ। ਇਸਲਾਮ ਧਰਮ ਵਿੱਚ ਇਹ ਦੇਖੋ ਜੀ ਕਹਿੰਦੇ ਨੇ ਕਿ ਅਸੀਂ ਅਤਿਆਚਾਰ ਕਰਕੇ ਇਹਨਾਂ ਦੇ ਉੱਪਰ ਤੇ ਫਿਰ ਇਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਵਾਂਗੇ ਨਾ। ਉੱਠ ਕੇ ਉਹ ਚਲੇ ਗਿਆ। ਤੇ ਫਿਰ ਇਹਨੇ ਵਜ਼ੀਰ ਖਾਨ ਨੇ ਪੁੱਛਿਆ ਕਿ ਬੱਚਿਓ ਦੱਸੋ ਤੁਸੀਂ ਇਸਲਾਮ ਕਬੂਲ ਕਰੋਗੇ? ਕਹਿੰਦੇ ਨਹੀਂ। ਕਹਿੰਦੇ ਅਸੀਂ ਤੁਹਾਨੂੰ ਮੌਤ ਦੇ ਦੇਵਾਂਗੇ। ਪਰ ਕਹਿਣ ਲੱਗੇ ਅੱਗੋਂ ਬਾਬਾ ਜੋਰਾਵਰ ਸਿੰਘ ਜੀ, ਜੇ ਇੱਥੋਂ ਤੱਕ ਮੌਤ ਦਾ ਡਰ ਸਾਨੂੰ ਦੇ ਰਿਹਾ ਹੈ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਹਾਂ। ਚੇਤੇ ਕਰੀ ਕਿਤੇ ਸਾਡੇ ਇੱਥੋਂ ਤੱਕ ਜਿਹੜੇ ਵੱਡੇ ਵਡੇਰੇ ਸੀ ਤਤੀ ਤਵੀ ਤੇ ਬੈਠ ਗਏ ਸੀ। ਧੰਨ ਗੁਰੂ ਤੇਗ ਬਹਾਦਰ ਪਿਤਾ ਸਾਡੇ ਦਾਦਾ ਜੀ, ਦੇਖ ਉਹਨਾਂ ਨੇ ਆਪਣਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ, ਅਲੱਗ ਕਰਵਾ ਲਿਆ, ਪਰ ਕਿਤੇ ਸੀ ਤੱਕ ਨਾ ਕੀਤੀ। ਸਾਡੇ ਇੱਥੋਂ ਤੱਕ ਪਰਿਵਾਰ ਦਾ ਵਿਛੋੜਾ ਹੋ ਗਿਆ, ਅਸੀਂ ਸੀ ਤੱਕ ਨਹੀਂ ਕੀਤੀ ਕਿਤੇ। ਤੇ ਤੂੰ ਸਾਨੂੰ ਡਰ ਦੇ ਰਿਹਾ, ਤੂੰ ਮੌਤ ਦਾ ਡਰ ਦੇ ਰਿਹਾ। ਅਸੀਂ ਮੌਤ ਦੇ ਨਾਲ ਤੇ ਇੱਥੋਂ ਤੱਕ ਖੇਡਣਾ ਜਾਣਦੇ ਆ। ਨਿੱਕੇ ਹੁੰਦਿਆਂ ਤੋਂ ਤਲਵਾਰਾਂ ਦੇ ਨਾਲ ਵਿੱਚ ਦੇਖੋ ਜੀ ਖੇਡਦੇ ਰਹੇ ਨੇ। ਜਿਨ੍ਹਾਂ ਬੱਚਿਆਂ ਨੇ ਦੇਖੋ ਕਿਤੇ ਨਾ ਕਿਤੇ ਤਲਵਾਰਾਂ ਵਿੱਚ ਰਹਿ ਕੇ ਸਿੱਖਿਆ ਲਈ ਹੈ, ਜਿਹੜੇ ਗੱਲ ਕਹਿ ਰਹੇ ਨੇ ਕਿ ਅਸੀਂ ਵੀ ਦੇਖੋ ਜੀ ਗੱਤਕਾ ਖੇਡਣਾ ਚਾਹੁੰਦੇ, ਬਾਬਾ ਫਤਿਹ ਸਿੰਘ ਜੀ ਦਾ ਕਿਤੇ ਜੀਵਨ ਪੜ੍ਹ ਕੇ ਦੇਖਿਓ। ਜਿੱਦ ਕਰਦੇ ਸੀ, ਕਹਿੰਦੇ ਸੀ ਕਿ ਵੱਡੇ ਭਰਾ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਕਿ ਸਾਨੂੰ ਵੀ ਜਿਹੜਾ ਇਹਨਾਂ ਸ਼ਾਸਤਰਾਂ ਦੀ ਵਿੱਦਿਆ ਦਿਓ। ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਸੀ ਕਿ ਤੁਸੀਂ ਭਰਾ ਹਲੇ ਛੋਟੇ ਜੇ, ਤੇ ਉੱਚੀ ਦਸਤਾਰ ਜਿਹੜੀ ਨਾ ਬੰਨ ਕੇ ਗੁਰੂ ਪਿਤਾ ਜੀ ਦੀ ਆ ਕੇ ਕਹਿਣ ਲੱਗੇ ਹੁਣ ਦੇਖੋ ਵੀਰ ਜੀ ਮੈਂ ਤੁਹਾਡੇ ਬਰੋਬਰ ਦਾ ਹੋ ਗਿਆ ਜੀ। ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਛੋਟੇ ਤੂੰ ਹੱਲੇ ਛੋਟਾ ਹੈ ਪਰ ਤੂੰ ਨਦਾਨੀਆਂ ਕਿਉਂ ਕਰਦਾ ਪਿਆ? ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਆ ਕੇ ਨਾ ਛਾਤੀ ਨਾਲ ਲਾਇਆ, ਕਹਿਣ ਲੱਗੇ ਪੁੱਤਰ ਤੂੰ ਇੱਥੋਂ ਤੱਕ ਤੇਰੀਆਂ ਇਹ ਵਡਿਆਈਆਂ ਸਾਨੂੰ ਹਮੇਸ਼ਾ ਚੇਤੇ ਰਹਿਣਗੀਆਂ ਤੇ ਆਉਂਦੀ ਦੁਨੀਆ ਇਹ ਚੇਤੇ ਰੱਖਿਆ ਕਰੇ। ਸ਼ਾਸਤਰਾਂ ਦੇ ਵਿੱਚ ਜੂਝਣਾ ਚਾਹੁੰਦੇ ਸੀ, ਉਹ ਵੀ ਖੇਡਣਾ ਚਾਹੁੰਦੇ ਸੀ, ਕਹਿੰਦੇ ਸਾਨੂੰ ਵਿੱਦਿਆ ਪ੍ਰਾਪਤ ਹੋਵੇ। ਹੁਣ ਦੇਖੋ ਤੇ ਕਿਤੇ ਨਾ ਕਿਤੇ ਕਿ ਉਹ ਡਰ ਦੇ ਰਹੇ ਨੇ ਕਿ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਪਰ ਨਹੀਂ, ਕਹਿੰਦੇ ਨੇ ਕਿ ਮੌਤ ਤੋਂ ਸਾਨੂੰ ਡਰ ਨਹੀਂ ਗਾ ਲੱਗਦਾ।
ਛੋਟੇ ਲਾਲ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਜੇ ਦੇਖੋ ਜੀ ਇਸਲਾਮ ਧਰਮ ਕਬੂਲ ਕਰ ਲਿਆ, ਉਹਦੇ ਵਿੱਚ ਵੀ ਮੌਤ ਆਉਣੀ ਹੈ, ਕਿਉਂ ਨਹੀਂ ਇੱਥੋਂ ਤੱਕ ਸਿੱਖ ਧਰਮ ਵਿੱਚ ਰਹਿ ਕੇ ਅਸੀਂ ਇੱਥੋਂ ਤੱਕ ਆਪਣਾ ਜੀਵਨ ਬਤੀਤ ਕਰੀਏ, ਜੇ ਮੌਤ ਇਹਦੇ 'ਚ ਵੀ ਆਉਣੀ ਹੈ ਤੇ ਅਸੀਂ ਕਬੂਲ ਲਈ ਤਿਆਰ। ਤੇ ਦੇਖੋ ਫਿਰ ਜਕਾਰੇ ਦੀ ਗੂੰਜ ਜਿਹੜੀ ਉੱਥੇ ਲਾ ਦਿੱਤੀ, ਤੇ ਉੱਥੇ ਦੇਖੋ ਫਿਰ ਉਹਨੇ ਇਹ ਗੱਲ ਕਹਿ ਦਿੱਤੀ, ਸੂਬਾ ਸਰਹੰਦ ਨੇ, ਕਾਜੀ ਸਾਹਿਬ ਫਤਵਾ ਜਾਰੀ ਕਰੋ। ਫਤਵਾ ਜਾਰੀ ਕੀਤਾ ਤੇ ਉਹ ਦੇਖੋ ਜੀ ਵਜ਼ੀਰ ਖਾਨ ਨੂੰ ਫੜਾਇਆ। ਵਜ਼ੀਰ ਖਾਨ ਨੇ ਕਿਹਾ ਕਿ ਇਹਨਾਂ ਨੂੰ ਜਿਉਂਦੇ ਹੋਏ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ, ਜਿਉਂਦੇ ਹੀ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਤੇ ਛੋਟੇ ਲਾਲਾ ਨੂੰ ਮਾਤਾ ਜੀ ਦੇ ਕੋਲ ਲਿਆਂਦਾ। ਮਾਤਾ ਦੇਖੋ ਜੀ ਰਾਤ ਪਈ, ਜਦੋਂ ਗੱਲਾਂ ਕਰਦੇ ਨੇ ਕਿ ਪੁੱਤਰੋ ਕੀ ਭਾਣਾ ਵਾਪਰਿਆ, ਕਹਿੰਦੇ ਕਿ ਦਾਦੀ ਅੱਜ ਫੇਰ ਉਤਰਾ ਹੀ, ਪਤਾ ਨਹੀਂ ਕਿ ਐਸੇ ਮੂਰਖ ਨੇ ਕਿ ਕਿਸ ਤਰ੍ਹਾਂ ਦੀ ਇੱਥੋਂ ਤੱਕ ਹਕੂਮਤ ਹੈ, ਕਿਹੋ ਜਿਹੇ ਲਾਲਚ ਦੇ ਰਹੇ ਨੇ ਸਾਨੂੰ, ਉਹਨਾਂ ਲਾਲਚਾਂ ਦੇ ਵਿੱਚ ਸਾਡਾ ਮਨ ਭਿੱਜਣ ਵਾਲਾ ਨਹੀਂ। ਦਾ ਅੰਮ੍ਰਿਤ ਵੇਲਾ ਹੋਇਆ ਜੀ 13 ਪੋਹ ਦਾ। ਮਾਤਾ ਗੁਜਰ ਕੌਰ ਜੀ ਸਵੇਰੇ ਨਾ ਅੰਮ੍ਰਿਤ ਵੇਲੇ ਉੱਠ ਗਏ। ਪਤਾ ਸੀ ਮਾਤਾ ਜੀ ਨੂੰ ਕਿ ਜਿਸ ਤਰ੍ਹਾਂ ਦੀਆਂ ਮੇਰੇ ਲਾਲ ਉੱਥੇ ਵਿਚਾਰ ਵਟਾਂਦਰਾ ਕਰਕੇ ਆਏ ਨੇ ਨਾ, ਇਹਨਾਂ ਨੇ ਦੇਖੋ ਜੀ ਹੁਣ ਸ਼ਹੀਦ ਹੀ ਕਰਨਾ, ਇਹ ਤੋਂ ਇਲਾਵਾ ਤੇ ਕੁਝ ਰਹਿ ਨਹੀਂ ਗਿਆ। ਦੱਸ ਦਿੱਤਾ, ਕਹਿਣ ਲੱਗੇ ਦਾਦੀ ਜੀ ਉਹਨਾਂ ਫਤਵਾ ਜਾਰੀ ਕਰ ਦਿੱਤਾ, ਆਪਾਂ ਨੂੰ ਡਰ ਰੱਤਾ ਜਿੰਨਾ ਨਹੀਂ ਹੈ। ਦਾਦੀ ਨੇ ਤਿਆਰ ਕੀਤਾ, ਪਠਾਨ ਆਏ ਨੇ, ਲੈ ਕੇ ਤੁਰ ਪਏ। ਤੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ ਦਾਦੀ ਜੀ, ਸੋਹਣ ਸਿੰਘ ਸੀਤਲ ਜੀ ਬਾਪੂ ਬੜੀਆਂ ਸੁੰਦਰ ਸਤਰਾਂ ਪੰਜਾਬੀ ਵਿੱਚ ਲਿਖਦੇ, ਕਹਿੰਦੇ ਨੇ ਤੁਸੀਂ ਵੀ ਮਗਰੇ ਆ ਜਾਣਾ, ਬਹੁਤੀ ਦੇਰ ਨਹੀਂ ਲਾਉਣੀ। ਦਾਦੀ ਜੀ ਅਸੀਂ ਚੱਲੇ ਜੇ, ਹੁਣ ਤੁਸੀਂ ਵੀ ਮਗਰੇ ਆ ਜਾਓ। ਤੇ ਉੱਥੇ ਦਾਦੀ ਜੀ ਵੀ ਗੱਲਾਂ ਚੇਤੇ ਕਰਦੇ ਨੇ, ਉਹ ਵੀ ਸਤਰਾਂ ਲਿਖਦੇ ਨੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਵੇਖ ਲੈ ਅੱਜ ਚਮਕਦੇ ਆਪਣੇ ਅੱਖੀ ਤਾਰੇ, ਕਿ ਅੱਜ ਤੇਰੇ ਪੁੱਤਰ ਚੱਲੇ ਨੇ, ਵੇਖ ਤਾਰੇ ਚਮਕਦੇ ਪਏ ਨੇ ਸੁੰਦਰ, ਜਿਸ ਤਰ੍ਹਾਂ ਅਸਮਾਨ 'ਚ ਚਮਕਦੇ। ਅੱਜ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਦੇਖੋ ਜੀ ਕਿਸ ਤਰ੍ਹਾਂ ਤਿਆਰ ਬਰ ਤਿਆਰ ਮਾਤਾ ਨੇ ਕੀਤਾ। ਉੱਥੇ ਦੇਖੋ ਜੀ ਕਿਸੇ ਲਿਖਾਰੀ ਨੇ ਨਾ ਇਹ ਡੂੰਘੀਆਂ ਸਤਰਾਂ ਭਿੱਜ ਕੇ ਲਿਖੀਆਂ ਹੋਈਆਂ ਨੇ, ਜਦੋਂ ਤੋਰਿਆ ਹੈ ਅੰਮ੍ਰਿਤ ਵੇਲੇ ਪਠਾਨਾਂ ਦੇ ਨਾਲ। ਜਾने से पहले गले से लगा तो लूं, केसों पर कंघी करूं, जरा मुंह दुला तो लूं, सिर पर छोटी जी कलगी सजा तो लूं, मरने से पहले पुत्रो तुमको दूल्हा बना तो लूं। ਦਾਦੀ ਨੇ ਘੁੱਟ ਕੇ ਕਲੇਜੇ ਨਾਲ ਲਾਇਆ, ਕਹਿਣ ਲੱਗੀ ਕਿ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਮਨ ਦੀਆਂ ਖੁਆਇਸ਼ਾਂ ਤੇ ਪੂਰੀਆਂ ਕਰ ਲਵਾਂ। ਸਿਰ ਤੇ ਛੋਟੀ ਜੀ ਕਲਗੀ ਲਗਾਈ, ਕੇਸ ਵਾਹੁੰਦੇ ਨੇ, ਬੜੇ ਪਿਆਰ ਦੇ ਨਾਲ ਚੋਲੇ ਪਾ ਕੇ ਫਿਰ ਤਿਆਰ ਕਰਕੇ ਭੇਜਦੇ ਨੇ। ਕਿੰਨੀ ਹਿੰਮਤ ਹੈ ਜੀ ਮਾਤਾ ਗੁਜਰ ਕੌਰ ਜੀ ਦੇ ਅੰਦਰ ਕਿ ਕਿਸ ਤਰ੍ਹਾਂ ਤਿਆਰ ਕਰਕੇ ਭੇਜ ਦਿੱਤਾ। ਯਾਰ ਅੱਲਾ ਖਾਂ ਜੋਗੀ ਭੇਜ ਕੇ ਸਤਰਾਂ ਲਿਖਦਾ, ਮਰਨੇ ਸੇ ਪਹਿਲੇ ਤੁਮੇ ਦੂल्हा ਬਣਾ ਤੋ ਲੂ। ਕਿੰਨੀ ਇੱਥੋਂ ਤੱਕ ਖੁਆਇਸ਼ ਹੋਵੇਗੀ। ਹਰ ਕਿਸੇ ਦਾਦੀ ਦੀ ਮਾਂ ਦੀ ਖੁਆਇਸ਼ ਹੁੰਦੀ ਹੈ ਪੁੱਤਰ ਜਵਾਨ ਹੋਵੇ ਤੇ ਉਹਦਾ ਵਿਆਹ ਹੋਵੇ ਤੇ ਅਸੀਂ ਵਿਆਹ ਦੇ ਵਿੱਚ ਆਪਣੀਆਂ ਸਾਰੀਆਂ ਰਸਮਾਂ ਅਦਾ ਕਰੀਏ। ਮਾਤਾ ਗੁਜਰ ਕੌਰ ਜੀ ਨੇ ਉੱਥੇ ਰਸਮਾਂ ਅਦਾ ਕੀਤੀਆਂ, ਤੁਰੇ ਜਾ ਰਹੇ ਨੇ। ਦੇਖੋ ਜੀ ਜਦੋਂ ਪਹੁੰਚੇ ਨਾ ਤੇ ਇੱਧਰ ਸ਼ਾਸਲ ਬੇਗ ਤੇ ਬਾਸ਼ਲ ਬੇਗ ਇਹ ਆਪਣੀ ਕੈਦ ਪੂਰੀ ਕੱਟ ਰਹੇ ਸੀ। ਕਹਿੰਦੇ ਇਹਨਾਂ ਨੂੰ ਰਿਹਾ ਕਰ ਦੇਵਾਂਗੇ ਆਪਾਂ ਜੇ ਆਹ ਕੰਮ ਕਰਨਗੇ ਨੀਹਾਂ ਦੇ ਵਿੱਚ ਚਿਣਨ ਦਾ। ਹੁਣ ਦੇਖੋ ਇਹਨਾਂ ਨੂੰ ਵੀ ਸੱਦਿਆ ਗਿਆ ਹੈ, ਗੁਰੂ ਦੇ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ। ਜਦੋਂ ਚਿਣ ਰਹੇ ਨੇ ਨਾ, ਇੱਟਾਂ ਜਿਹੜੀਆਂ ਨੇ ਦੇਖੋ ਗੋਡਿਆਂ ਤੇ ਆ ਰਹੀਆਂ ਨੇ, ਗੋਡਿਆਂ ਦੇ ਉੱਪਰ ਹੁੰਦੀਆਂ ਹੋਈਆਂ। ਇੱਕ ਵਿਦਵਾਨ ਨੇ ਗੱਲ ਲਿਖੀ, ਕਹਿੰਦੇ ਕਿ ਜਦੋਂ ਗੋਡੇ ਤੇ ਆਈਆਂ ਨੇ ਨਾ ਇੱਟਾਂ, ਉੱਥੇ ਇੱਟ ਭੰਨਣ ਲੱਗੇ ਸੀ, ਕੋਈ ਇੱਥੋਂ ਤੱਕ ਵਿਚਾਰ ਚੱਲੀ। ਤੇ ਅੱਗੋਂ ਇੱਕ ਦੇਖੋ ਜੀ ਸਰਕਾਰੀ ਬੰਦਾ ਹੀ ਬੋਲਿਆ, ਕਹਿਣ ਲੱਗਾ ਤੂੰ ਸਰਕਾਰੀ ਇੱਟ ਕਿਉਂ ਭੰਨਦਾ ਪਿਆ, ਗੋਡੇ ਤੇ ਭੜਕਾ ਕੇ ਤੇਸੀ ਮਾਰ ਦੇਣਾ। ਕਹਿੰਦੇ ਉੱਥੇ ਦੇਖੋ ਜੀ ਉਹਨੇ ਗੱਲ ਮੰਨੀ ਤੇ ਰਾਜ ਜਿਹੜਾ ਸੀ ਨਾ ਮਿਸਤਰੀ, ਉਹਨੇ ਦੇਖੋ ਜੀ ਗੋਡੇ ਤੇ ਤੇਸੀ ਮਾਰ ਦਿੱਤੀ ਹੈ। ਹੌਲੀ ਹੌਲੀ ਦੇਖੋ ਜੀ ਛਾਤੀ ਵੀ ਲੁਕੀ, ਬਾਣੀ ਦਾ ਜਾਪ ਕਰ ਰਹੇ ਨੇ। ਜਦੋਂ ਜਾਪ ਕਰਦੇ ਪਏ ਨੇ, ਅਖੀਰਲੀ ਪੰਕਤੀ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਖਾਂ ਵੀ ਲੋਕ ਗਈਆਂ, ਸਿਰ ਵੀ ਦੇਖੋ ਲੋਕ ਗਿਆ। ਜਦੋਂ ਨੀਹਾਂ ਦੇ ਵਿੱਚ ਚਿਣੇ ਗਏ ਨਾ ਤੇ ਥੋੜਾ ਜਿਹਾ ਸਮਾਂ ਪੈਂਦਿਆਂ ਦੇਖੋ ਜੀ ਅੰਦਰੋਂ ਆਵਾਜ਼ ਬਾਣੀ ਦੀ ਆਉਣੀ ਬੰਦ ਹੋ ਗਈ। ਤੇ ਦੇਖੋ ਜੀ ਜਿਵੇਂ ਅੰਦਰ ਸਾਹ ਬੰਦ ਹੋ ਗਏ ਨੇ ਤੇ ਇੱਟਾਂ ਜਿਹੜੀਆਂ ਥੱਲੇ ਡਿੱਗ ਗਈਆਂ। ਅਸੀਂ ਕਹਿੰਦੇ ਨੀਹਾਂ ਵਿੱਚ ਚਿਣ ਕੇ ਨਹੀਂ, ਜ਼ਿਲ੍ਹਾ ਕੀਤਾ ਗਿਆ ਹੈ। ਹੁਣ ਦੇਖੋ ਸ਼ਾਸਲ ਬੇਗ ਬਾਸ਼ਲ ਬੇਗ ਨੂੰ ਇਹ ਸੀ ਕਿ ਅਸੀਂ ਰਿਹਾ ਹੋ ਜਾਣਾ, ਸਾਡੀ ਕੈਦ ਇੱਥੋਂ ਤੱਕ ਜਿਹੜੀ ਮੁਕੰਮਲ ਅਸੀਂ ਕੱਟਣੀ, ਉਹ ਤਾਂ ਅਸੀਂ ਛੁੱਟ ਜਾਵਾਂਗੇ। ਉਹਨਾਂ ਨੇ ਹਕੂਮਤ ਦੇ ਪਿੱਛੇ ਲੱਗ ਕੇ ਪਾਪ ਬੜਾ ਵੱਡਾ ਕਰ ਦਿੱਤਾ। ਗੁਰੂ ਦੇ ਲਾਲ ਦੇਖੋ ਥੱਲੇ ਜ਼ਮੀਨ ਤੇ ਡਿੱਗੇ ਨੇ, ਸਾਹ ਚੱਲ ਰਹੇ ਸੀ। ਬੰਸਾਵਲੀ ਨਾਮੇ ਦੇ ਵਿੱਚ ਇਹ ਗੱਲ ਲਿਖੀ ਹੈ ਕਿਸੇ ਵਿਦਵਾਨ ਨੇ, ਕਹਿੰਦੇ ਨੇ ਕਿ ਜਦੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਥੱਲੇ ਡਿੱਗੇ ਨਾ ਤੇ ਅੱਗੇ ਨੱਕ ਦੇ ਲਾਗੇ ਨਾ ਹੱਥ ਕਰਕੇ ਸ਼ਾਸਲ ਬੇਗ ਨੇ ਦੇਖਿਆ ਕਿ ਸਾਹ ਆ ਰਹੇ ਨੇ। ਕਹਿੰਦੇ ਕਿ ਇਹਲੇ ਬੱਚੇ ਜਿਉਂਦੇ ਨੇ।
ਹੁਣ ਦੇਖੋ ਕਹਿੰਦੇ ਨੇ ਕਿ ਪਿੱਛੇ ਗੋਡਿਆਂ ਦੇ ਭਾਰ ਦੇਖੋ ਸ਼ਾਸਲ ਬੇਗ ਤੇ ਬਾਸ਼ਲ ਬੇਗ, ਕਈ ਤਾਂ ਵਿਦਵਾਨਾਂ ਲਿਖਿਆ ਲੰਮੇ ਪਾ ਕੇ ਦੇਖੋ ਜੀ ਉਹਨਾਂ ਦੇ ਸਾਹ ਵਾਲੀ ਜਿਹੜੀ ਨਾ ਥੱਲਿਓਂ ਇਥੋਂ ਨਾੜ ਕੱਟ ਦਿੱਤੀ ਹੈ ਧੌਣ। ਕਹਿੰਦੇ ਕਿ ਪਿੱਛੇ ਗੋਡਿਆਂ ਭਾਰ ਖੜਿਆ ਕਰਕੇ ਨਾ ਤੇ ਹੱਥ ਪਿੱਛੋਂ ਫੜ ਲਏ ਨੇ, ਅੱਗੋਂ ਦੇਖੋ ਜ਼ਿਲ੍ਹਾ ਕੀਤਾ ਗਿਆ ਹੈ, ਸਾਹ ਵਾਲੀ ਨਾੜ ਕੱਢ ਦਿੱਤੀ। ਬਾਬਾ ਜੋਰਾਵਰ ਸਿੰਘ ਜੀ ਡਿੱਗ ਗਏ ਨੇ 2.5 ਮਿੰਟਾਂ ਦੇ ਵਿੱਚ, ਕਹਿੰਦੇ ਨੇ ਕਿ ਲਹੂ ਜ਼ਮੀਨ ਤੇ ਡੁੱਲ ਰਿਹਾ ਸੀ। 2.5 ਮਿੰਟਾਂ ਦੇ ਵਿੱਚ ਕਹਿੰਦੇ ਕਿ ਦੇਖੋ ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਾਣ ਨਿਕਲ ਗਏ। ਬਸਾਵਲੀ ਨਾਮੇ ਵਿੱਚ ਗੱਲ ਹੈ, ਕਹਿੰਦੇ ਨੇ ਕਿ ਦੇਖੋ ਅੱਧੀ ਘੜੀ ਅੱਧੀ ਘੰਟ 12 ਮਿੰਟ, ਕਹਿੰਦੇ 12 ਮਿੰਟ ਬਾਬਾ ਫਤਿਹ ਸਿੰਘ ਜੀ ਦੇ ਪੈਰ ਦੇਖੋ ਜੀ ਕੰਬਦੇ ਰਹੇ ਨੇ, ਧਰਤੀ ਤੇ ਤੜਫਦੇ ਰਹੇ ਨੇ। ਦੇਖੋ 12 ਮਿੰਟ ਦੇਖੋ ਜੀ ਉਹਨਾਂ ਦੇ ਪ੍ਰਾਣ ਨਹੀਂ ਨਿਕਲੇ। 12 ਮਿੰਟਾਂ ਤੇ ਕਹਿੰਦੇ ਬਾਬਾ ਫਤਿਹ ਸਿੰਘ ਜੀ ਦੇਖੋ ਸ਼ਹਾਦਤ ਦਾ ਜਾਮ ਪੀ ਗਏ। ਆਹ ਹੈ ਇੰਨੀ ਵੱਡੀ ਕੁਰਬਾਨੀ। ਉੱਥੇ ਦੇਖੋ ਜੀ ਹੁਣ ਸਰੀਰ ਪਏ ਹੋਏ ਨੇ ਬੱਚਿਆਂ ਦੇ। ਹੁਣ ਦੇਖੋ ਇੱਧਰ ਮਾਤਾ ਗੁਜਰ ਕੌਰ ਜੀ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗ ਦਿੰਦੇ ਨੇ। ਕਈ ਵਿਦਵਾਨ ਇਹ ਗੱਲ ਲਿਖਦੇ ਨੇ ਕਿ ਮਾਤਾ ਜੀ ਨੂੰ ਬੁਰਜ ਤੋਂ ਦੇਖੋ ਜੀ ਸੁੱਟ ਕਰਕੇ ਨਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਗੱਲ ਵਿਸ਼ਾ ਵੱਖਰਾ ਹੈ। ਦੇਖੋ ਮਾਤਾ ਜੀ ਵੀ ਉਹਨਾਂ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਲਿਵ ਲੀਨ ਹੋ ਗਏ, ਕਿਉਂਕਿ ਦਾਦੀ ਕਿਵੇਂ ਪੁੱਤਰਿਆਂ ਤੋਂ ਬਿਨਾਂ ਜੀਵਨ ਬਤੀਤ ਕਰ ਸਕਦੇ ਨੇ। ਟੋਡਰ ਮੱਲ ਆਇਆ, ਉਹਨੇ ਦੇਖੋ ਜੀ ਛੋਟੇ ਲਾਲਾ ਨੂੰ ਤੇ ਮਾਤਾ ਗੁਜਰ ਕੌਰ ਜੀ ਦੇ ਸਰੀਰ ਦਾ ਸੰਸਕਾਰ ਕੀਤਾ। ਜਿੱਥੇ ਅਸੀਂ ਗੁਰਦੁਆਰਾ ਜੋਤੀ ਸਰੂਪ ਵਿਖੇ ਦੀਦਾਰ ਕਰਦੇ ਨਾ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੁੰਦਾ, ਚਿੱਟੀ ਚਾਦਰ ਹੁੰਦੀ ਵਿਛਾਈ, ਉੱਥੇ ਦੇਖੋ ਜੀ ਟੋਡਰ ਮੱਲ ਨੇ ਮੋਹਰਾਂ ਖੜੀਆਂ ਕਰਕੇ ਨਾ, ਸਿੱਕੇ ਖੜੇ ਕਰਕੇ ਉਹ ਥਾਂ ਲਈ ਹਕੂਮਤ ਦੇ ਕੋਲ ਜ਼ੋਰ ਬੜਾ ਸੀ ਨਾ। ਹੁਣ ਉਹ ਹਕੂਮਤ ਜਿਹੜੀ ਸੀ ਨਾ ਉਸ ਸਮੇਂ ਜ਼ੋਰ ਆਪਣਾ ਪ੍ਰਭਾਰ ਬੜਾ ਕੰਮ ਕਰਦੀ ਸੀ। ਦੇਖੋ ਇਹਨੇ ਨਾ ਖੜਾ ਕਰਕੇ ਮੋਹਰਾਂ ਜਿਹੜੀਆਂ ਸੀ ਤੇ ਸਤਿਗੁਰੂ ਜੀ ਦੇ ਬੱਚਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਨੂੰ ਵਿਚਕਾਰ ਪਾਇਆ। ਸੱਜੇ ਖੱਬੇ ਬਾਬਾ ਅਜੀਤ ਸਿੰਘ ਜੀ, ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਨੂੰ ਪਾ ਦਿੱਤਾ ਤੇ ਦੇਖੋ ਉੱਥੇ ਸਰੀਰ ਨੂੰ ਲਾਂਬੂ ਲਾਇਆ, ਸੰਸਕਾਰ ਕੀਤਾ। ਮੋਹਰਾਂ ਪਹਿਲਾਂ ਦੇਖੋ ਜੀ ਸਿੱਧੀਆਂ ਸੀ, ਉਸ ਤੋਂ ਬਾਅਦ ਦੇ ਵਿੱਚ ਹਕੂਮਤ ਨੇ ਗੱਲ ਕਹਿ ਦਿੱਤੀ ਕਿ ਅਸੀਂ ਮੋਹਰਾਂ ਨੂੰ ਤੱਕਾਂਗੇ, ਪਰ ਮੋਹਰਾਂ ਫਿਰ ਬਾਅਦ ਦੇ ਵਿੱਚ ਖੜੀਆਂ ਕੀਤੀਆਂ ਗਈਆਂ। ਪਹਿਲਾਂ ਤਾਂ ਸਿੱਧੀਆਂ ਸੀ ਨਾ, ਕਈ ਵਿਦਵਾਨ ਗੱਲ ਲਿਖਦੇ ਨੇ ਕਿ ਪਹਿਲਾਂ ਮੋਹਰਾਂ ਦੇਖੋ ਜੀ ਸਿੱਧੀਆਂ ਲੰਮੇ ਪਾਈਆਂ, ਹਕੂਮਤ ਕਹਿੰਦੀ ਨਹੀਂ ਅਸੀਂ ਮੋਹਰਾਂ ਸਿੱਧੀਆਂ ਖੜੀਆਂ ਦੇਖਣੀਆਂ ਚਾਹੁੰਦੇ, ਸਿੱਧੀਆਂ ਖੜੀਆਂ ਕੀਤੀਆਂ ਗਈਆਂ। ਜੇ ਇੱਥੇ ਜਜ਼ਬਾ ਹੁੰਦਾ, ਜੇ ਮੋਹਰਾਂ ਘੱਟ ਵੀ ਜਾਂਦੀਆਂ, ਹਕੂਮਤ ਇੰਨੀ ਕੋ ਲਾਲਚੀ ਹੋ ਗਈ ਸੀ। ਦੇਖੋ ਕਿਤੇ ਕੁੱਤਾ ਲਾਲਚ ਕਰਵੇ ਨਾ ਤੇ ਮਾਲਕ ਦੇ ਬੱਚੇ ਨੂੰ ਵੀ ਕੱਟ ਦਿੰਦਾ ਹੈ, ਤੇ ਇਹ ਸਮੇਂ ਹਕੂਮਤ ਇੰਨਾ ਕੋ ਲਾਲਚ ਆਪਣੇ ਅੰਦਰ ਪੈਦਾ ਕਰ ਲਿਆ, ਮੋਹਰਾਂ ਨੂੰ ਖੜਿਆਂ ਕਰਕੇ ਥਾਂ ਲਈ। ਸਭ ਤੋਂ ਇੱਥੋਂ ਤੱਕ ਮਹਿੰਗੀ ਥਾਂ ਗੁਰਦੁਆਰਾ ਜੋਤੀ ਸਰੂਪ ਵਿਖੇ ਉਹ ਹੈ ਜਿੱਥੇ ਛੋਟੇ ਲਾਲਾਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ। ਤੇ ਭਾਈ ਮੋਤੀ ਮਹਿਰਾ ਜੀ ਵੀ ਦੇਖੋ ਜੀ ਦੁੱਧ ਪਿਆਇਆ ਸੀ ਉਹਨਾਂ ਨੇ। ਇਹ ਥੋੜੀ ਜਿਹੀ ਸ਼ਾਰਟ ਹਿੰਟ ਰਹਿ ਗਈ। ਮੋਤੀ ਮਹਿਰਾ ਜੀ ਨੇ ਦੁੱਧ ਪਿਆਇਆ ਸੀ ਤੇ ਇਹਨਾਂ ਨੂੰ ਲਾਲਚ ਦਿੱਤਾ ਸੀ। ਆਪਣੀ ਪਤਨੀ ਨੂੰ ਕਿਹਾ ਕਿ ਗਹਿਣੇ ਜਿੰਨਾ ਵੀ ਘਰ ਵਿੱਚ ਕੁਝ ਹੈ ਦੇ ਦੇਈਏ, ਤੇ ਜਿੰਨਾ ਲਾਲਚ ਦੇ ਕੇ ਅੰਦਰ ਜਾਂਦੇ ਸੀ ਤੇ ਕਹਿੰਦਾ ਸੀ ਮਾਈ ਆ ਦੁੱਧ ਹੈ ਗਰੀਬੜੇ ਦੇ ਕੋਲ, ਹੋਰ ਕੁਝ ਨਹੀਂ। ਦੁੱਧ ਛਕਾਉਂਦੇ ਸੀ ਤੇ ਮਾਤਾ ਨੇ ਆਖਿਆ ਕਿ ਤੈਨੂੰ ਇਹ ਦੇਖੋ ਜੇ ਪਤਾ ਲੱਗ ਗਿਆ ਹਕੂਮਤ ਨੂੰ ਤੇ ਤੈਨੂੰ ਵੀ ਮਾਰ ਮੁਕਾਉਣਗੇ। ਕਹਿੰਦਾ ਦਾਦੀ ਜੀ ਕੁਝ ਨਹੀਂ ਹੁੰਦਾ, ਬਜ਼ੁਰਗ ਮਾਤਾ ਜੀ ਗੁਰੂ ਘਰ ਦੇ ਵਿੱਚ ਤੁਹਾਡੀ ਕਿਰਪਾ ਸਦਕਾ ਪ੍ਰੇਮ ਪਿਆਰ। ਉਹਨਾਂ ਨੂੰ ਦੇਖੋ ਜੀ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਭਾਈ ਮੋਤੀ ਰਾਮ ਮਹਿਰਾ ਜੀ ਕਿਤੇ ਤੱਕਿਓ ਐਸੀ ਦਾਸਤਾਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਰਾਏਕੋਟ ਨਗਰ ਦੇ ਵਿੱਚ ਆਏ ਤੇ ਇੱਥੇ ਰਾਏ ਕੱਲਾ ਆਏ। ਦੇਖੋ ਕਹਿੰਦਾ ਹੈ ਕਿ ਸਤਿਗੁਰੂ ਕੋਈ ਸੇਵਾ ਦੱਸੋ। ਪਾਤਸ਼ਾਹ ਕਹਿਣ ਲੱਗੇ ਭਗਤਾ ਕਿਸੇ ਸਿੱਖ ਨੂੰ ਭੇਜ, ਸਰਹੰਦ ਬੱਚਿਆਂ ਦਾ ਪਤਾ ਲੈ ਕੇ ਆਉਣ। ਉੱਥੇ ਸੁਣਿਆ ਹੈ ਕਿ ਦਾਦੀ ਬਜ਼ੁਰਗ ਮਾਤਾ ਤੇ ਛੋਟੇ ਲਾਲ ਉੱਥੇ ਨੇ, ਮੇਰੇ ਛੋਟੇ ਫਰਜ਼ੰਦ ਉੱਥੇ ਨੇ। ਨੂਰੇ ਮਾਹੀ ਕਹਿੰਦੇ ਆ ਕਿ ਗਿਆ ਏ ਉੱਥੇ ਪਤਾ ਲੈਣ। ਉਹਦੀ ਸਿਸਟਰ ਸੀ ਨਾ ਉੱਥੇ, ਨੂਰੀ ਕਰਕੇ ਉਹਦਾ ਨਾਮ ਸੀ ਜੀ, ਸਿੱਖ ਇਤਿਹਾਸ ਵਿੱਚ ਆਉਂਦਾ। ਕਹਿੰਦੇ ਉਹ ਭੈਣ ਦੇ ਕੋਲ ਗਿਆ, ਉਹਨੇ ਸਾਰਾ ਦੱਸਿਆ। ਠੰਡੇ ਬੁਰਜ ਦੇ ਵਿੱਚ ਛੋਟੇ ਲਾਲਾ ਨੂੰ ਕੈਦ ਕੀਤਾ ਗਿਆ ਤੇ ਉਹਨਾਂ ਨੂੰ ਕੋਹ ਕੇ ਦੇਖੋ ਜੀ ਇਹਨੇ ਤਸੀਹੇ ਦਿੱਤੇ ਗਏ ਨੇ ਕਿ ਇੱਥੋਂ ਤੱਕ ਅਸਮਾਨ ਵੀ ਰੋ ਪਿਆ, ਸਾਰੀ ਕਾਇਨਾਤ ਵੀ ਰੋ ਪਈ ਕਿ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ। ਜਦੋਂ ਉਹਨੇ ਦੱਸਿਆ ਨਾ ਬਾਬਾ ਫਤਿਹ ਸਿੰਘ ਜੀ ਪੂਰੇ 12 ਮਿੰਟ ਪੈਰ ਦੇਖੋ ਜੀ ਤੜਫਦੇ ਰਹੇ ਨੇ ਤੇ ਬੜਾ ਦੁੱਖ ਆਪਣੇ ਅੰਦਰ ਪੈਦਾ ਕੀਤਾ। ਆਇਆ ਨੂਰੇ ਮਾਹੀ ਤੇ ਗੁਰੂ ਦੇ ਸਾਹਮਣੇ ਆਪਣੇ ਹੱਥ ਚਿਹਰੇ ਦੇ ਅੱਗੇ ਕਰ ਲਏ ਤੇ ਕਹਿਣ ਲੱਗਾ ਦਾਤਾ ਕਿਵੇਂ ਦੱਸਾਂ, ਮੈਂ ਕਿਵੇਂ ਬਿਆਨ ਕਰਾਂ ਆਪਣੀ ਜੀਭਾ ਤੋਂ, ਮੇਰੇ ਕੋਲੋਂ ਉਹ ਚਿਹਰਾ ਲੈ ਕੇ ਤੇਰੇ ਸਾਹਮਣੇ ਨਹੀਂ ਆਇਆ ਜਾਂਦਾ। ਮੇਰੇ ਦਾਤਾ ਤੇਰੇ ਲਾਲਾਂ ਨੂੰ ਕੋਹ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਹੀ ਉਹਨਾਂ ਨੇ। ਤੇ ਸਤਿਗੁਰੂ ਨੇ ਇਹ ਬਚਨ ਕਿਹਾ। ਵਿਦਵਾਨ ਉੱਥੇ ਦੇਖੋ ਜੀ ਗੱਲ ਕਹਿੰਦੇ ਨੇ, ਕਹਿੰਦੇ ਜਦੋਂ ਰਾਜ ਮਿਸਤਰੀ ਨੇ ਜ਼ਿਕਰ ਸੀ ਨਾ ਵਿਦਵਾਨ ਨੇ ਕਿ ਤੇਸੀ ਮਾਰੀ ਸੀ, ਮੇਰੇ ਬੱਚਿਆਂ ਦੇ ਗੋਡੇ ਤੇ ਜਦੋਂ ਤੇਸੀ ਸੀ ਮਾਰੀ,
ਉਦੋਂ ਮੇਰੇ ਕਿਤੇ ਪੁੱਤਰਾਂ ਨੇ ਉੱਚੀ ਚੀਕ ਤਾਂ ਨਹੀਂ ਸੀ ਮਾਰੀ। ਨੂਰੇ ਮਾਹੀ ਨੂੰ ਪੁੱਛ ਰਹੇ ਨੇ, ਕਹਿੰਦਾ ਦਾਤਾ ਮੇਰੇ ਤੇ ਜੀਭਾ ਤੋਂ ਕੋਈ ਬਚਨ ਨਹੀਂ ਦੱਸਿਆ ਜਾਂਦਾ, ਤੇਰੀ ਕਿਰਪਾ ਤੇਰੀ ਰਹਿਮਤ ਹੈ ਨਾ ਇੱਥੋਂ ਤੱਕ। ਤੇ ਅਸੀਂ ਅੱਜ ਜਿੰਨਾ ਕੁ ਸੁਨੇਹਾ ਲੈ ਕੇ ਆਏ ਹਾਂ ਦਾਤਾ, ਇੰਨਾ ਕੁ ਸੁਨੇਹਾ ਤੇਰੇ ਬਸ ਵਿੱਚ ਲੈ ਕੇ ਆਏ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੱਲ ਕਹੀ, ਸ਼ਾਮ ਦਾ ਸਮਾਂ ਸੀ ਨਾ, ਕਿਉਂਕਿ ਕਹਿੰਦੇ ਸੀ ਕਿ ਸ਼ਾਮ ਦਾ ਸਮਾਂ ਇਹ। ਤੇ ਨੂਰੇ ਮਾਹੀ ਕਹਿੰਦਾ ਦਾਤਾ ਮੇਰੇ ਕੋਲੋਂ ਦੱਸਿਆ ਨਹੀਂ ਜਾਂਦਾ, ਚੰਦਰੀ ਪਤਾ ਨਹੀਂ ਸ਼ਾਮ ਹੀ ਕਿਸ ਤਰ੍ਹਾਂ ਦੀ ਆ ਗਈ ਅੱਜ, ਮੈਂ ਕਿਸ ਤਰ੍ਹਾਂ ਤੈਨੂੰ ਬਿਆਨ ਕਰਕੇ ਦੱਸਾਂ। ਸਤਿਗੁਰੂ ਨੇ ਅੱਗੋਂ ਕਿਹਾ, ਕਹਿਣ ਲੱਗੇ ਨੂਰੇ ਮਾਹੀ, ਜਦੋਂ ਭਾਈ ਜੈਤਾ ਜੀ ਦੇਖੋ ਦਿੱਲੀ ਤੋਂ ਸੀਸ ਲੈ ਕੇ ਆਏ, ਸ਼ਾਮ ਉਦਣ ਪਈ ਸੀ, ਤੇ ਜਦੋਂ ਵਿਛੋੜਾ ਪਿਆ ਉਦੋਂ ਵੀ ਸ਼ਾਮ ਸੀ, ਦੁੱਖਾਂ ਦੀ ਸੀ ਨਾ। ਤੇ ਕਹਿਣ ਲੱਗੇ ਅੱਜ ਵੀ ਸ਼ਾਮ ਹੈ, ਕੋਈ ਇੱਥੋਂ ਤੱਕ ਮੇਰੇ ਮਨ 'ਚ ਰੰਜਿਸ਼ ਨਹੀਂ, ਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ, ਭਾਣਾ ਮੰਨਣ ਦਾ ਬਲ ਗੁਰੂ ਦੇਵੇ। ਕਹਿਣ ਲੱਗੇ ਤੂੰ ਦੱਸ। ਸਾਰੀਆਂ ਗੱਲਾਂ ਦੇਖੋ ਜਿਵੇਂ ਭੈਣ ਨੇ ਦੱਸੀਆਂ ਉਸੇ ਤਰ੍ਹਾਂ ਰੋ ਰੋ ਕੇ ਨੇਤਰਾਂ 'ਚੋਂ ਨੀਰ ਕੇਰ ਕੇ ਨੂਰੇ ਮਾਹੀ ਦੱਸ ਰਹੇ। ਲਾਗੇ ਦੇਖੋ ਰਾਏ ਇਕੱਲਾ ਵੀ ਰੋ ਰਿਹਾ, ਸਾਰੇ ਸਿੱਖ ਰੋ ਰਹੇ ਨੇ, ਤੇ ਸਤਿਗੁਰੂ ਦੇ ਨੇਤਰਾਂ ਦੇ ਵਿੱਚੋਂ ਇੱਕ ਵੀ ਇੱਥੋਂ ਤੱਕ ਬੂੰਦ ਨਹੀਂ ਕਿਰ ਰਹੀ ਹੰਝੂਆਂ ਦੀ। ਸਤਿਗੁਰੂ ਜੀ ਦੇਖੋ ਜੀ ਫਿਰ ਵੀ ਪ੍ਰਮਾਤਮਾ ਦੇ ਭਾਣੇ ਵਿੱਚ ਨੇ। ਤੇ ਸਾਹਿਬ ਨੇ ਗੱਲ ਕਹਿ ਦਿੱਤੀ ਕਿ ਅਖੀਰਲੀ ਆ ਸ਼ਾਮ ਇੱਥੋਂ ਤੱਕ ਦੁੱਖਾਂ ਦੀ ਭਰੀ ਵੇਖ ਲਈਏ, ਅੱਗੇ ਤੋਂ ਇੱਥੋਂ ਤੱਕ ਮੇਰੇ ਸਿੱਖ ਇੱਥੋਂ ਤੱਕ ਇੰਨਾ ਕੁ ਡਟ ਕੇ ਮੁਕਾਬਲਾ ਕਰਨਗੇ, ਇਹਨਾਂ ਇੱਥੋਂ ਤੱਕ ਰਾਤਾਂ ਦੀਆਂ ਨੀਂਦਾਂ ਇਹਨਾਂ ਦੀਆਂ ਉਡਾ ਕੇ ਰੱਖ ਦੇਣਗੇ। ਸਤਿਗੁਰੂ ਨੇ ਦੇਖੋ ਇਹ ਬਚਨ ਉੱਥੇ ਕਿਹਾ। ਪਰ ਜਦੋਂ ਅਸੀਂ ਇਹਨਾਂ ਸ਼ਹਾਦਤਾਂ ਨੂੰ, ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਨਾ, ਕਿਤੇ ਨਾ ਕਿਤੇ ਇਹਨਾਂ ਵਿੱਚੋਂ ਗੁਣ ਵੀ ਸਾਨੂੰ ਸਿੱਖਣ ਨੂੰ ਮਿਲਦੇ ਨੇ। ਮੈਂ ਇਹਨਾਂ ਦੀ ਥੋੜੀ ਜਿਹੀ ਸਿੱਖਿਆ ਤੇ ਨਾ 5 ਮਿੰਟ ਵਾਸਤੇ ਜਿਹੜੀ ਬੇਨਤੀ ਅਦਾ ਕਰਾਂ, ਕਿਉਂਕਿ ਅਸੀਂ ਸ਼ਹੀਦੀ ਸਮਾਗਮ ਜ਼ਰੂਰ ਮਨਾਉਣੇ, ਕਿਤੇ ਨਾ ਕਿਤੇ ਸਾਡੇ ਅੰਦਰ ਧੁਰ ਪਿਆਰ ਹੁੰਦਾ ਹੈ, ਪ੍ਰੇਮ ਹੁੰਦਾ ਹੈ। ਵੈਸੇ ਕਲੀ ਦੇਖੋ ਜੀ ਆਪਾਂ 3 ਸਮੇਂ ਜਿਹੜਾ ਇਹਨਾਂ 3 ਘੰਟੇ ਮੁਕੰਮਲ ਮੈਂ ਵਿਚਾਰ ਕੀਤੀ ਆਪ ਜੀ ਦੇ ਇੱਥੇ ਗੁਰਦੁਆਰਾ ਸਾਹਿਬ ਵਿਖੇ। ਜੋ ਵੀ ਇਤਿਹਾਸ ਦੀਆਂ ਸਤਰਾਂ ਕਿਤੇ ਮੁਕੰਮਲ ਕੋਈ ਵਾਧ ਘੱਟ ਹੁੰਦੀ ਰਹਿ ਗਈ ਤੇ ਕਿਤੇ ਬਖਸ਼ਿਓ। ਵਿਦਵਾਨ ਕਹਿੰਦੇ ਨੇ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਗੋਬਿੰਦ ਕੀ ਉਹ ਕਮ ਹੈ। ਜੀਭਾ ਦੇ ਸ਼ਬਦ ਥੁੜ ਸਕਦੇ ਨੇ, ਲਿਖਾਰੀ ਦੀਆਂ ਇੱਥੋਂ ਤੱਕ ਜਿਹੜੀਆਂ ਇੱਥੋਂ ਤੱਕ ਲਿਖਤਾਂ ਕਲਮਾਂ ਦੀ ਸ਼ਾਹੀ ਇੱਥੋਂ ਤੱਕ ਮੁੱਕ ਸਕਦੀ ਹੈ, ਸ਼ਬਦ ਮੁੱਕ ਜਾਣਗੇ, ਪਰ ਗੁਰੂ ਗੋਬਿੰਦ ਸਿੰਘ ਚੋਜੀ ਪ੍ਰੀਤਮ ਤੇਰੇ ਘਰ ਦੀ ਵਡਿਆਈ ਕਦੇ ਨਹੀਂ ਮੁੱਕੇਗੀ, ਕਿਉਂਕਿ ਵਡਿਆਈ ਬਹੁਤ ਵੱਡੀ ਹੈ ਨਾ। ਤਾਂ ਕਿਉਂ ਕਿਤੇ ਅਸੀਂ ਇਹਨਾਂ ਸ਼ਹੀਦਾਂ ਨੂੰ ਚੇਤੇ ਜ਼ਰੂਰ ਕਰਦੇ ਹਾਂ, ਕਿਤੇ ਨਾ ਕਿਤੇ ਹਿਰਦੇ ਤੇ ਹੱਥ ਰੱਖ ਕੇ ਨਾ ਇਹ ਪਿਆਰ ਜ਼ਰੂਰ ਚੇਤੇ ਕਰਿਓ ਜੇ ਕਿ ਸਤਿਗੁਰੂ ਦਾਤਾ ਆਪ ਰਹਿਮਤ ਕਰਿਓ, ਕਿਰਪਾ ਕਰਿਓ ਜੇ ਕਿ ਅਸੀਂ ਤੇਰੇ ਸਿੱਖੀ ਦੇ ਨਾਲ ਜੁੜ ਜਾਈਏ। ਕਿਉਂਕਿ ਅੱਜ ਦੁੱਖ ਕਿਉਂ ਹੈ, ਅਸੀਂ ਆਪਣੇ ਕੇਸਾਂ ਨੂੰ ਨਾ ਕਤਲ ਕਰਾ ਰਹੇ ਹਾਂ, ਕੇਸ ਆਪਣੇ ਕੱਟ ਰਹੇ ਹਾਂ। ਅੱਜ ਕੋਈ ਦੇਖੋ ਜੀ ਹਰ ਕੋਈ ਨਾਈ ਦੀ ਦੁਕਾਨ ਵਿੱਚ ਬੈਠ ਕਰਕੇ ਆਪਣੇ ਕੇਸ ਕਟਾ ਰਿਹਾ ਹੈ ਤੇ ਸਿੱਖੀ ਤੋਂ ਵਾਂਝਾ ਹੋ ਰਿਹਾ ਹੈ। ਤੇ ਛੋਟੇ ਲਾਲਾਂ ਨੂੰ ਕਿਤੇ ਯਾਦ ਕਰਕੇ ਦੇਖੀਏ, ਇਹਨਾਂ ਦੀ ਜਦੋਂ ਅਸੀਂ ਇਤਿਹਾਸ ਦੀਆਂ ਸਤਰਾਂ ਨੂੰ ਪੜ੍ਹ ਲਵਾਂਗੇ ਨਾ, ਨਿੱਕੀ ਨਿੱਕੀ ਗੱਲ ਚੇਤੇ ਕਰਾਂਗੇ ਤੇ ਕਿਤੇ ਨਾ ਕਿਤੇ ਹਿਰਦੇ ਵਿੱਚ ਪਿਆਰ ਜ਼ਰੂਰ ਪੈਦਾ ਹੋਵੇਗਾ ਕਿ ਦਾਤਾ ਅਸੀਂ ਸਿੱਖੀ ਵਿੱਚ ਆਪਣਾ ਜੀਵਨ ਪੂਰਾ ਪ੍ਰਪੱਕ ਕਾਇਮ ਇੱਥੋਂ ਤੱਕ ਬਤੀਤ ਕਰਨਾ। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਆਪਣੇ ਕੇਸ ਕਤਲ ਕਰਾਉਣੇ ਆ, ਬੰਦਾ ਕਹਿੰਦਾ ਮਨ ਨਹੀਂ ਬਣਦਾ, ਬੰਦਾ ਕਹਿੰਦਾ ਮਨ ਬਣੇਗਾ, ਗੁਰੂ ਦੇ ਨਾਲ ਜੁੜਾਂਗੇ। ਇੱਕ ਭਾਗਾਂ ਵਾਲਿਓ ਬੇਨਤੀ ਜੇ, ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਆ, ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਫਰਮਾਨ ਪੜ੍ਹਦੇ ਆ, ਜੀਓ ਪਾਏ ਪਿੰਡ ਜਿਨ ਸਾਜਿਆ। ਇਸ ਬਚਨ ਨੂੰ ਚੇਤੇ ਕਰਿਓ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਗੁਰੂ ਨੇ ਤਨ ਤੇ ਇੱਥੋਂ ਤੱਕ ਪਾਉਣ ਲਈ ਬਸਤਰ ਦਿੱਤੇ, ਭੁੱਖ ਮਿਟਾਉਣ ਵਾਸਤੇ ਸਾਨੂੰ ਭੋਜਨ ਦਿੱਤਾ। ਇੱਥੋਂ ਤੱਕ ਸਭ ਕੁਝ ਅਸੀਂ ਪਦਾਰਥਾਂ ਨੂੰ ਅਦਾ ਕਰ ਰਹੇ ਜੀਵਨ ਦੇ ਵਿੱਚ, ਤੇ ਨਾਲ ਹੀ ਅੰਗ ਪਾਰਟ ਸਭ ਕੁਝ ਗੁਰੂ ਨੇ ਦਿੱਤਾ। ਗੁਰੂ ਦਾ ਸ਼ੁਕਰਾਨਾ ਕਰਿਆ ਕਰੀਏ, ਦਾਤਾ ਇੰਨੀ ਸਜਾਵਟ ਸੁੰਦਰ ਦੀ ਵਧੀਆ ਤਰੀਕੇ ਨਾਲ ਕੀਤੀ। ਕੇਸ ਵੀ ਗੁਰੂ ਨੇ ਇੱਥੋਂ ਤੱਕ ਬਖਸ਼ੇ ਹੋਏ। ਕੇਸ ਤਾਂ ਦੇਖੋ ਧੁਰ ਤੋਂ ਹੀ ਹੁੰਦੇ ਨੇ ਨਾ, ਕੋਈ ਇੱਥੋਂ ਤੱਕ ਇਹ ਨਹੀਂ ਕਿ ਉਮਰ 10 ਸਾਲ ਦਾ ਬੱਚਾ ਹੋਵੇ ਤੇ ਸਿਰ ਤੇ ਕੇਸ ਹੁੰਦੇ ਨੇ, ਬੱਚੇ ਦੇ ਜੰਮਦੇ ਸਿਰ ਤੇ ਕੇਸ ਹੋ ਜਾਂਦੇ ਨੇ ਨਾ। ਸਾਰੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਜੀ ਕਿ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਕੇਸ ਧੁਰ ਤੋਂ ਹੁੰਦੇ ਨੇ ਬੱਚੇ। ਹਰ ਕਿਸੇ ਧਰਮ ਨੂੰ ਪੜ੍ਹ ਕੇ ਦੇਖ ਲਿਓ, ਕਿਤੇ ਇਸਲਾਮ ਪੜ੍ਹਿਓ, ਜੈਨ ਧਰਮ ਪੜ੍ਹਿਓ, ਕਿਤੇ ਯਹੂਦੀ ਧਰਮ ਪੜ੍ਹਿਓ, ਈਸਾਈ ਧਰਮ ਪੜ੍ਹਿਓ, ਪਾਰਸੀ ਧਰਮ ਪੜ੍ਹਿਓ, ਸਿੱਖ ਜਗਤ ਨੂੰ ਤੇ ਅਸੀਂ ਪੜ੍ਹਦੇ ਜ਼ਰੂਰ ਹਾਂ, ਕਿਤੇ ਇੱਥੋਂ ਤੱਕ ਹੋਰਨਾਂ ਧਰਮਾਂ ਦੀ ਵਿਦਵਤਾ ਲੈ ਕੇ ਦੇਖਿਓ। ਹਰ ਕੋਈ ਪੈਗੰਬਰ ਜਿਹੜਾ ਕੇਸਾਂ ਧਾਰੀ ਹੋਇਆ, ਅੱਜ ਅਸੀਂ ਸਿੱਖ ਹੋ ਕੇ ਗੁਰੂ ਦੀ ਸਿੱਖੀ ਤੋਂ ਵਾਂਝੇ ਹੋ ਰਹੇ ਹਾਂ। ਜਦੋਂ ਅਸੀਂ ਆਪਣੇ ਕੇਸਾਂ ਨੂੰ ਕਟਾਉਣੇ ਆ ਨਾ, ਚਾਹੇ ਪੈਰਾਂ ਵਿੱਚ ਰੋਲਦੇ ਹਾਂ, ਉਦੋਂ ਚੇਤੇ ਕਰਿਓ ਜੇ ਕਿ ਸਤਿਗੁਰੂ ਚੋਜੀ ਪ੍ਰੀਤਮ ਬਾਪੂ ਬਾਜਾਂ ਵਾਲੇ ਜੀ, ਤੂੰ ਆਪਣੇ ਲਾਲ ਵਾਰ ਦਿੱਤੇ ਤੇ ਅਸੀਂ ਆਪਣੀ ਸਿੱਖੀ ਨੂੰ ਨਹੀਂ ਸੰਭਾਲ ਕੇ ਰੱਖ ਸਕਦੇ। ਜਦੋਂ ਬੰਦਾ ਕੇਸ ਕਟਾਉਂਦਾ ਹੈ ਨਾ, ਸੱਚ ਪਈ
ਐ ਮਹਿਸੂਸ ਕਰਿਆ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਨੇ, ਤੇ ਕਿਤੇ ਆਪਣੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਹਿਓ ਜੇ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਿਤੇ ਐ ਮਹਿਸੂਸ ਕਰਿਓ 35 ਮਹਾਂਪੁਰਖ ਸਾਹਮਣੇ ਬੈਠੇ, ਅਸੀਂ ਉਹਨਾਂ ਦੇ ਚਰਨਾਂ ਵਿੱਚ ਬੈਠੇ ਅੱਖਾਂ ਵਿੱਚ ਅੱਖਾਂ ਪਾ ਕੇ ਕਿ ਉਹ ਸਤਿਗੁਰੂ ਅਸੀਂ ਤੇਰੇ ਦੁਲਾਰੇ ਪੁੱਤਰ, ਜਿਨ੍ਹਾਂ ਨੂੰ ਤੂੰ ਸਾਰਿਆਂ ਨੂੰ ਆਖਿਆ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੇਰੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਅਸੀਂ ਸਾਰੇ ਉਹਨਾਂ ਹਜ਼ਾਰਾਂ ਵਿੱਚ ਹੀ ਤਾਂ ਜੀਵਤ ਅੱਜ ਨਾਦੀ ਬਚਨਾਂ ਤੋਂ ਲਿਆ ਹੋਇਆ ਜਨਮ ਪੁੱਤਰ ਐਸੀ ਉਹਦੇ। ਅਸੀਂ ਜਦੋਂ ਆਪਣੇ ਕੇਸ ਕਟਾਉਣੇ ਆ ਨਾ, ਕੇਸਾਂ ਦੀ ਥਾਂ ਆ ਉਂਗਲ, ਕਿਤੇ ਆਪਣੇ ਪੈਰ ਬਾਹਾਂ ਕੱਟ ਕੇ ਵੇਖਿਓ ਉੱਤੇ ਸਾਡੀਆਂ ਇੱਥੋਂ ਤੱਕ ਚੀਕਾਂ ਹਾਏ ਨਿਕਲੇਗੀ। ਪਰ ਜਦੋਂ ਅਸੀਂ ਕੇਸਾਂ ਨੂੰ ਕਟਾਉਣੇ ਆ ਨਾ, ਭਾਗਾਂ ਵਾਲਿਓ ਕੇਸਾਂ ਨੂੰ ਪੈਰਾਂ ਵਿੱਚ ਰੋਲਦੇ ਆ, ਸਾਡਾ ਹਿਰਦਾ ਤੇ ਘੱਟ ਰੋਂਦਾ ਏ। ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾਂ ਮਾਰ ਮਾਰ ਕੇ ਰੋਂਦੇ ਹੋਣਗੇ ਕਿ ਭਾਗਾਂ ਵਾਲਿਓ ਉਹੀ ਸੀ ਕਿ ਜਿਨ੍ਹਾਂ ਨੂੰ ਮੈਂ ਕਿਹਾ ਸੀ ਵਾਰ ਦੀਏ ਸੁਤ ਚਾਰ, ਇਹਨਾਂ ਦੀ ਤਾਂ ਖਾਤਰ ਮੈਂ ਆਪਣੇ 4 ਵਾਰ ਦਿੱਤੇ, ਤੇ ਹਜ਼ਾਰਾਂ ਵਿੱਚ ਮੇਰੇ ਸਾਰੇ ਬੱਚੇ ਨੇ, ਅਸੀਂ ਉਹਨਾਂ ਹਜ਼ਾਰਾਂ ਵਿੱਚ ਖੜੇ। ਇਹ ਗੱਲ ਨੂੰ ਜ਼ਰੂਰ ਚੇਤੇ ਰੱਖਿਆ ਕਰੀ। ਤੇ ਸਤਿਗੁਰੂ ਨੇ ਕਿਤੇ ਨਾ ਕਿਤੇ ਆਪੇ ਸਾਡੇ ਹਿਰਦੇ ਵਿੱਚ ਕਿਰਪਾ ਕਰ ਦੇਣੀ ਹੈ, ਰਹਿਮਤ ਕਰ ਦੇਣੀ ਹੈ। ਸੋ ਇੱਥੋਂ ਤੱਕ ਜਿਹੜੀਆਂ ਛੋਟੇ ਲਾਲਾਂ ਦੀ ਸ਼ਹਾਦਤ ਤੱਕ ਆਪ ਜੀ ਨੇ ਇਤਿਹਾਸ ਨੂੰ ਸਰਵਣ ਕੀਤਾ। ਦਾਸ ਦੇ ਕੋਲੋਂ ਇਤਿਹਾਸ ਦੀਆਂ ਸਤਰਾਂ ਤੇ ਆਪ ਜੀ ਦੇ ਨਾਲ ਸਾਂਝ ਪਾਉਂਦੇ ਹੋਏ ਕਿਤੇ ਭੁੱਲ ਚੁੱਕ ਹੋ ਗਈ ਹੋਵੇ, ਅਗਿਆਨੀ ਛੋਟਾ ਅਣਜਾਣ ਬੱਚਾ ਸਮਝ ਕੇ ਮਾਫ ਕਰਿਓ। ਆਪ ਸਮੂਹ ਸਾਧ ਸੰਗਤ ਨੇ ਬੜਾ ਪਿਆਰ ਬੜਾ ਮਾਣ ਬਖਸ਼ਿਆ ਹੈ। ਸੋ ਮੈਂ ਬੇਨਤੀ ਕਰਾਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਇੱਥੋਂ ਤੱਕ ਬੱਚੇ ਨੂੰ ਕਿਤੇ ਨਾ ਕਿਤੇ ਪਿਆਰ ਤੇ ਨਾ ਮਾਣ ਬਖਸ਼ਿਆ। ਮੈਂ ਇੱਕ ਬੇਨਤੀ ਕਰਨੀ, ਭਾਈ ਪਰਮਜੀਤ ਸਿੰਘ ਜੀ ਨਾ ਜਿਹੜੇ ਇੱਥੇ ਸੇਵਾਦਾਰ ਨੇ, ਉਹ ਦੇਖੋ ਜਿਵੇਂ ਕਹਿੰਦੇ ਵਡਿਆਈ ਸੱਚੀ ਹੁੰਦੀ ਹੈ ਜੀ। ਵਡਿਆਈ ਉਹਨਾਂ ਨੇ ਨਾ ਜਿਵੇਂ ਜਲ ਪਾਣੀ ਛਕਾਇਆ, ਰਾਤ ਇੱਕ ਕੱਟੀ ਹੈ ਤੇ ਇਹਨਾਂ ਕੋ ਪਿਆਰ ਦਿੱਤਾ, ਜਿਵੇਂ ਮਾਂ ਬੱਚੇ ਨੂੰ ਪਿਆਰ ਦਿੰਦੀ ਨਾ ਉਸ ਤਰ੍ਹਾਂ ਪਿਆਰ ਮਿਲਿਆ ਜੀ। ਜਲ ਪਾਣੀ ਸਾਰੀ ਮੁਕੰਮਲ ਸੇਵਾ ਕੀਤੀ। ਇਸ ਅਸੀਂ ਸੇਵਾ ਨੂੰ ਕਦੀ ਵੀ ਭੁੱਲਾਂਗੇ ਨਹੀਂ, ਸਾਡੇ ਹਿਰਦੇ ਵਿੱਚ ਮੁਕੰਮਲ ਤੌਰ ਤੇ ਯਾਦ ਰਵੇ। ਦਿਲੋਂ ਗੱਲ ਕਹਿੰਦੇ ਸਤਿਗੁਰੂ ਦੇ ਚਰਨਾਂ 'ਚ ਬੈਠੇ, ਕੋਈ ਇੱਥੋਂ ਤੱਕ ਉੱਪਰੋਂ ਨਹੀਂ, ਦਿਲ ਤੋਂ ਕਹਿੰਦੇ ਆ ਕਿ ਵੀਰ ਨੇ ਬਹੁਤ ਸੇਵਾ ਕੀਤੀ। ਸਤਿਗੁਰੂ ਦੀ ਸੇਵਾ ਆਪਣੇ ਚਰਨਾਂ ਵਿੱਚ ਥਾਂ ਪਾਉਣ, ਤੇ ਇਹੋ ਜਿਹੀ ਹਰ ਕਿਸੇ ਨਾ ਕਿਸੇ ਥਾਵਾਂ ਤੇ ਸਤਿਗੁਰੂ ਜੀ ਸੇਵਾਦਾਰ ਸਾਰਿਆਂ ਨੂੰ ਬਖਸ਼ਿਸ਼ ਕਰਨ। ਸੋ ਮੈਂ ਇੱਕ ਬੇਨਤੀ ਕਰਨੀ, ਜਿਸ ਤਰ੍ਹਾਂ ਪੰਜਾਬ ਦੀ ਧਰਤੀ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੋ ਰਹੀ ਹੈ ਨਾ, ਹਰ ਕੋਈ ਇੱਥੋਂ ਤੱਕ ਬੰਦਾ ਜ਼ਿੰਮੇਵਾਰੀ ਨੂੰ ਅਦਾ ਕਰੇ। ਹਰ ਕੋਈ ਇੱਥੋਂ ਤੱਕ ਆਪ ਐ ਐਕਟਿਵ ਰਵੇ ਕਿ ਸਤਿਗੁਰੂ ਨੂੰ ਅਸੀਂ ਪੂਰੇ ਤੌਰ ਤੇ ਅਸੀਂ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਸਮਰਪਿਤ ਹੋਈਏ। ਅਸੀਂ ਇਹ ਨਹੀਂ ਕਿ ਗੁਰੂ ਤੋਂ ਦਾਤਾਂ ਲੈਣੀਆਂ ਨੇ, ਸਾਰੇ ਇੱਥੋਂ ਤੱਕ ਰਲ ਮਿਲ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਦੀ ਰਾਖੀ ਕਰੀਏ। ਵੈਸੇ ਇਕੱਲੀ ਤਾਂ ਗੁਰੂ ਇੱਥੋਂ ਤੱਕ ਰੱਖਿਆ ਕਰਦੇ ਨੇ, ਪਰ ਦੇਖੋ ਅੱਜ ਦੇ ਸਮੇਂ ਵਿੱਚ ਇਹ ਜਿਹੜੀ ਇੱਥੋਂ ਤੱਕ ਹਰ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਉਂਦਾ ਹੈ। ਦੇਖਿਆ ਨਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੰਗਲਾ ਪਾਰ ਕੀਤਾ ਤੇ ਦੇਖੋ ਕਿਰਪਾਨ ਨੂੰ ਹੱਥ ਪਾਇਆ, ਭਾਈ ਬਲਜੀਤ ਸਿੰਘ ਤਾਬਿਆਂ ਵਿੱਚ ਬੈਠੇ ਸੀ, ਉਹਨਾਂ ਸਾਰੀ ਦਾਸਤਾਨ ਦੱਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਇੱਥੋਂ ਤੱਕ ਵਿਉਂਤ ਬਣਾਈ। ਹਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਪਾ ਰਿਹਾ, ਤੇ ਭਾਗਾਂ ਵਾਲਿਓ ਐ ਪੂਰੇ ਪੱਕੇ ਤੌਰ ਤੇ ਆਪ ਜ਼ਿੰਮੇਵਾਰੀ ਨੂੰ ਅਦਾ ਕਰੀਏ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਸਾਰਿਆਂ ਦੀ ਆਪ ਜੀ ਦੀ ਆਏ ਹੋਇਆਂ ਦੀ ਹਾਜ਼ਰੀ ਸਤਿਗੁਰੂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੇ ਹਿਰਦੇ ਵਿੱਚ ਇਹ ਵਿਚਾਰ ਜ਼ਰੂਰ ਪੈਦਾ ਕਰਿਓ, ਕੱਲ ਦੇਖੋ ਗੁਰੂ ਦੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਹੈ ਨਾ, ਤੇ ਕੱਲ ਨੂੰ ਸਮਾਂ ਕੱਢ ਕੇ ਗੁਰਬਾਣੀ ਦਾ ਜਾਪ ਕਰਕੇ ਉਹਨਾਂ ਛੋਟੇ ਲਾਲਾਂ ਦੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ ਜੇ ਕਿ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਜੀ ਆਪਣੀ ਕਿਰਪਾ ਸਾਡੇ ਪਰਿਵਾਰਾਂ ਤੇ ਬਣਾ ਕੇ ਰੱਖਿਓ, ਬੱਚਿਆਂ ਤੇ ਬਣਾ ਕੇ ਰੱਖਿਓ। ਆਪਣੇ ਜੀਵਨ ਦੇ ਗੁਣ ਸਾਡੇ ਬੱਚਿਆਂ ਦੇ ਵਿੱਚ, ਸਾਡੇ ਪਰਿਵਾਰ ਵਿੱਚ ਪੈਦਾ ਕਰਿਓ। ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਦੇਖੋ ਜੀ ਅਸੀਂ ਤਾਂ ਉਹਦੇ ਚਰਨਾਂ ਵਿੱਚ ਕੂਕਰ ਬਣ ਕੇ ਆਉਣੇ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਕੂਕਰ ਬਣ ਕੇ ਆਵਾਂਗੇ ਤੇ ਗੁਰੂ ਦਿੰਦਾ ਏ, ਭਿਖਾਰੀ ਬਣ ਕੇ ਆਈਏ ਦਾਤਾਂ ਦਿੰਦਾ ਏ, ਕਿਤੇ ਵੱਡੇ ਬਣ ਕੇ ਬਾਦਸ਼ਾਹ ਨਾ ਆਈਏ, ਝੁਕੀਏ ਭਿਖਾਰੀ ਬਣ ਕੇ, ਗੁਰੂ ਆਪੇ ਇੱਥੋਂ ਤੱਕ ਵਡਿਆਈਆਂ ਬਖਸ਼ਿਸ਼ ਕਰਦੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ ਜੀ, ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਓ, ਰਸਨਾ ਤੋਂ ਕਰੋ ਉਚਾਰਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।